ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬਾ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ। ਮੇਰੀ ਗੁਜ਼ਾਰਿਸ਼ ਤੁਹਾਨੂੰ ਸਾਰਿਆਂ ਨੂੰ ਕਿ ਜੇਕਰ ਤੁਸੀਂ ਫੋਨ ਕਾਲ ਕਰਨੀ ਹੈ ਤਾਂ ਤੁਸੀਂ 9264 10666 ਤੇ 9849 10666 ਦੇ ਉੱਤੇ ਕਾਲ ਕਰ ਸਕਦੇ ਹੋ। ਟਰੱਕਰ ਵੀਰ ਜਿਹੜੇ ਲੌਂਗ ਹਾਲ ਨਹੀਂ ਚਾਉਣਾ ਚਾਹੁੰਦੇ ਤੇ ਸੈਟਲ ਏਰੀਏ ਦੇ ਵਿੱਚੋਂ ਤੁਸੀਂ ਲੋਕਲ ਏਰੀਆ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ। ਫੋਨ ਨੰਬਰ ਹੈ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਅਕਾਲ ਟਰੱਕ ਐਂਡ ਟ੍ਰੇਲਰ ਜੋ ਆਪਣੀ ਨਵੀਂ ਲੋਕੇਸ਼ਨ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਮੈਨੀਟੋਬਾ ਤੋਂ ਆਪਰੇਟ ਕਰ ਰਹੇ ਨੇ। ਇੱਥੇ ਤੁਹਾਨੂੰ ਕੁਇਕ ਟਰੱਕ ਲੀਵ ਦੇ ਨਾਲ ਵਾਸ਼ ਤੇ ਪਾਰਕਿੰਗ ਦੀ ਸਹੂਲਤ ਵੀ ਐਡ ਆਨ ਹੋ ਗਈ ਆ। ਫੋਨ ਨੰਬਰ ਨੋਟ ਕਰੋ 2044592000 204 409 2000। ਮੇਰੇ ਨਾਲ ਡਾਕਟਰ ਸ਼ਵਿੰਦਰ ਕੌਰ ਹੋਰੀ ਜੁੜ ਗਏ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ। ਭੈਣ ਜੀ ਇੱਕ ਜੇ ਗੱਲ ਕਰੀਏ ਜੋੜਾਂ ਦੇ ਦਰਦ ਦੀ ਤਾਂ ਜੋੜਾਂ ਦੇ ਵਿੱਚੋਂ ਇੱਕ ਨੀ ਰੀਪਲੇਸਮੈਂਟ ਆ ਜਿਹੜੀ ਉਹ ਇੱਕ ਆਪਣੇ ਆਪ ਦੇ ਵਿੱਚ ਨਵੀਂ ਹੈਲਥ ਇੰਡਸਟਰੀ ਦੇ ਤੌਰ ਦੇ ਉੱਤੇ ਆ ਗਈ ਹੈ। ਜੇਕਰ ਔਸਤਨ ਗੱਲ ਕਰੀਏ ਤਾਂ ਮੈਂ ਸਾਡੇ ਇੱਥੇ ਬਠਿੰਡੇ ਦੇ ਵਿੱਚ ਵੀ ਡੇਲੀ 10 ਤੋਂ 20 ਜਿਹੜੇ ਲੋਕਾਂ ਦੇ ਨੇ ਮਰਦ ਔਰਤਾਂ ਦੇ ਗੋਡੇ ਤਬਦੀਲ ਕੀਤੇ ਜਾ ਰਹੇ ਨੇ। ਕਹਿੰਦੇ ਅੱਗੇ ਹੌਲੀ ਹੌਲੀ ਹਿੱਪ ਦਾ ਸ਼ੋਲਡਰ ਐਲਬੋ ਵੀ ਰੀਪਲੇਸਮੈਂਟ ਦੀਆਂ ਗੱਲਾਂ ਸ਼ੁਰੂ ਹੋਣੀਆਂ ਹੋ ਗਈਆਂ ਨੇ। ਪਰ ਮਸਲਾ ਕੁੱਲ ਮਿਲਾ ਕੇ ਇਹੀ ਹੁੰਦਾ ਕਿ ਜੋੜਾਂ ਦੇ ਵਿੱਚ ਦਰਦ ਹੁੰਦਾ ਜਾਂ ਘਸ ਜਾਂਦੇ ਨੇ। ਇਹ ਦਰਦ ਕਿਉਂ ਹੁੰਦਾ ਅਤੇ ਇਹਦੇ ਵਿੱਚ ਜੋ ਅਸੀਂ ਖਾਦ ਖੁਰਾਕ ਖਾਂਦੇ ਹਾਂ ਉਹਦਾ ਰੋਲ ਜਿਹੜਾ ਉਹ ਵੀ ਸਾਨੂੰ ਡਿਸਕਸ ਕਰਨਾ ਪਏਗਾ ਕਿ ਸਾਨੂੰ ਖਾਣਾ ਕੀ ਚਾਹੀਦਾ, ਕਿਸ ਤਰ੍ਹਾਂ ਜਿਹੜਾ ਗੋਡਿਆਂ ਦੀ ਜਿਹੜਾ ਜਾਂ ਮੋਢਿਆਂ ਦੀ ਜਾਂ ਕੋਈ ਵੀ ਸਾਡੇ ਜੋੜ ਨੇ ਅਸੀਂ ਚੀਕਾਂ ਮਾਰਦੇ ਹਾਂ ਉਹ ਕਿਵੇਂ ਬਚਿਆ ਜਾਵੇ ਜੀ। ਦੇਖੋ ਭਾਜੀ ਅਸਲ 'ਚ ਜਦੋਂ ਪਹਿਲਾਂ ਤਾਂ ਸਮਝਣ ਦੀ ਗੱਲ ਇਹ ਹੈ ਕਿ ਬਿਮਾਰੀ ਸਾਡੇ ਸਰੀਰ ਅੰਦਰ ਵੜਦੀ ਕਿਵੇਂ ਹੈ। ਮਾਂ ਦੇ ਢਿੱਡ 'ਚੋਂ ਅਸੀਂ ਇਹ ਬਿਮਾਰੀਆਂ ਨਹੀਂ ਲੈ ਕੇ ਆਏ, ਅਸੀਂ ਦੌੜਦੇ ਭੱਜਦੇ ਰਹੇ, ਸਾਡੇ ਜੋੜ ਠੀਕ ਸਨ। ਤਾਂ ਫਿਰ ਕੀ ਐਸੀ ਗੱਲ ਹੋ ਗਈ ਜਿਹੜੀ ਸਾਨੂੰ ਇੱਕਦਮ ਇਹ ਸਾਰਾ ਬਿਮਾਰੀ ਚਿੰਬੜੀ ਤੇ ਫਿਰ ਅਸੀਂ ਆਪਣੇ ਵੱਲ ਹੀ ਝਾਤ ਮਾਰੀਏ ਕਿ ਅਸੀਂ ਕੀ ਕਰਦੇ ਰਹੇ। ਫਿਰ ਉਹਦੇ ਵਾਸਤੇ ਕੀ ਅਸੀਂ ਲੋੜ ਤੇ ਜਦੋਂ ਲੱਗਿਆ ਵੀ ਅੱਜ ਹੈ ਡਾਕਟਰ ਕੋਲ ਛੱਡ ਪਰਾਂ ਕੀ ਜਾਣਾ, ਕੋਈ ਨਾ ਮਾੜੀ ਜੀ ਦਰਦ ਆ, ਅੱਜ ਮੋਢਾ ਰੱਤੀ ਕੁ ਦੁਖ ਰਿਹਾ ਜਾਂ ਸਿਰ ਮਾੜਾ ਜਿਹਾ ਦੁਖ ਰਿਹਾ, ਚੱਲ ਬਾਹਰੋਂ ਗੋਲੀ ਲੈਂਦੇ ਹਾਂ ਤੇ ਖਾ ਲੈਂਦੇ ਹਾਂ। ਸਟੈਂਡਰਡ ਚੀਜ਼ ਹੈ। ਦੇਖੋ ਭਾਜੀ ਜੇ ਆਪਾਂ ਸਹੀ ਸੁਣਨਾ ਚਾਹੁੰਦੇ ਹਾਂ ਤਾਂ ਉਹਦਾ ਮੇਰਾ ਖਿਆਲ ਹੈ ਜ਼ਿਆਦਾ ਫਾਇਦਾ ਹੋਏਗਾ, ਵਰਨਾ ਆਪੋ ਆਪਣੀ ਸੋਚ ਹੈ, ਜਿਵੇਂ ਵੀ ਕੋਈ ਕਰਨਾ ਚਾਹੇ ਕਰ ਸਕਦਾ। ਬਹੁਤ ਵਾਰ ਅਸੀਂ ਆਪਣੀ ਜਿਹੜੀ ਉਹ ਇੱਕ ਵਾਰਨਿੰਗ ਸਾਈਨਸ ਜੋ ਕੁਦਰਤ ਨੇ ਦਿੱਤੇ ਹੁੰਦੇ ਆ, ਜੋ ਸਰੀਰ ਵਿੱਚ ਫਿੱਟ ਨੇ ਸਾਡੇ ਰਿਸੈਪਟਰਸ, ਜਿਨ੍ਹਾਂ ਨੇ ਦੇਖਣਾ ਹੈ ਕਿ ਹੁਣ 70% ਮਾੜਾ ਹੋ ਗਿਆ, ਭਾਈ ਸਾਹਿਬ ਜਾਗੋ, ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਇਹਦੀ ਵੇਲੇ ਸਿਰ ਇਲਾਜ ਕਰੋ, ਤਾਂ ਅਸੀਂ ਉਹਨੂੰ ਇੱਕ ਹੋਰ ਗੋਲੀ ਨਾਲ ਦੱਬ ਲੈਂਦੇ ਹਾਂ, ਚੁੱਪ ਹੋ ਜਾ, ਅਸੀਂ ਆਪਣਾ ਕੰਮ ਕਰਨਾ ਹੈ, ਸਾਨੂੰ ਕੰਮ ਕਰ ਜ਼ਿਆਦਾ ਜ਼ਰੂਰੀ ਹੈ, ਅਸੀਂ ਡਾਕਟਰ ਕੋਲ ਨਹੀਂ ਜਾ ਸਕਦੇ, ਤਾਂ ਇੱਕ ਗੋਲੀ ਲੈ ਕੇ ਉਹਨੂੰ ਅਸੀਂ ਪੀੜ ਨੂੰ ਦੱਬ ਦਿੰਦੇ ਹਾਂ। ਉਹ ਫਿਰ ਕੁਝ ਦਿਨਾਂ ਬਾਅਦ ਫਿਰ ਵਾਰਨਿੰਗ ਦਿੰਦੀ ਹੈ, ਭਾਈ ਮੈਂ ਇਸ ਤੋਂ ਵੱਧ ਖਰਾਬ ਹੋ ਰਿਹਾ। ਸੋ ਉਹ ਤਾਂ ਜੋੜ ਤੇ ਉਸੇ ਤਰ੍ਹਾਂ ਹੀ ਤੁਰਦੇ ਹੀ ਰਹਿਣੇ ਆ, ਖਰਾਬ ਹੁੰਦੇ ਹੀ ਰਹਿਣੇ ਆ। ਪਰ ਨਾਲੋਂ ਨਾਲ ਅਸੀਂ ਜਿਹੜਾ ਕਿ ਲੋੜ ਹੈ ਨਹੀਂ ਸੀ ਉਸ ਗੁਰਦੇ ਨੂੰ ਵੀ ਬੇਲੋੜੀਆਂ ਦਵਾਈਆਂ ਤੁੰਨ ਕੇ ਦਰਦ ਦੀਆਂ ਗੁਰਦਾ ਵੀ ਨਾਲ ਇਕੱਠਾ ਜ਼ਾਇਆ ਕਰ ਦਿੰਦੇ ਆ। ਤੇ ਅਖੀਰ ਫਿਰ ਅਸੀਂ ਕਸੂਰ ਕਿਸ ਤੇ ਕੱਢਦੇ ਹਾਂ? ਆਪੇ ਹੀ ਸੋਚੋ ਭਾਜੀ, ਮੈਂ ਤੇ ਇਹਦੇ ਬਾਰੇ ਕੁਛ ਨਹੀਂ ਬੋਲਦੀ ਕਿ ਜਦੋਂ ਕੋਈ ਇੰਨਾ ਆਉਂਦਾ ਅਸੀਂ ਜੀ ਫਲਾਣੇ ਥਾਂ ਤੋਂ ਵੀ ਦਵਾਈ ਲਈ, ਫਲਾਣੇ ਥਾਂ ਤੋਂ ਵੀ ਲਈ,
ਤੇ ਅੱਜ ਸਾਡਾ ਗੁਰਦਾ ਵੀ ਗਿਆ, ਅੱਜ ਸਾਡੇ ਜੋੜ ਵੀ ਗਏ, ਤੇ ਅਸੀਂ ਤਾਂ ਜੀ ਹੁਣ ਬਸ ਕਾਸੇ ਜੋਗੇ ਨਹੀਂ ਰਹਿ ਗਏ, ਡਾਕਟਰਾਂ ਦੇ ਬਸ ਪੈ ਗਏ। ਪਰ ਉਸ ਥਾਂ ਤੱਕ ਪਹੁੰਚਣ ਲਈ ਜਿਹੜੇ 15 ਸਾਲ ਸਰੀਰ ਨੇ ਸਾਰਾ ਦੁੱਖ ਭੋਗਿਆ ਤੇ ਫਿਰ ਵੀ ਤੁਹਾਨੂੰ ਪੀੜ ਮਹਿਸੂਸ ਨਹੀਂ ਹੋਣ ਦਿੱਤੀ, ਉਹ ਕੌਣ ਜ਼ਿੰਮੇਵਾਰ ਸੀ ਉਹਨਾਂ 15 ਸਾਲਾਂ ਲਈ ਜਿਸ ਨੇ ਇਹ ਸਾਰਾ ਨਾਸ ਮਾਰਿਆ? ਤੇ ਉਸ ਤੋਂ ਬਾਅਦ ਆਪਾਂ ਭਾਲਦੇ ਹਾਂ 3 ਮਿੰਟ ਦੇ ਵਿੱਚ ਆਰਾਮ ਕਿਉਂ ਨਹੀਂ ਆਇਆ? ਜਦੋਂ ਅਸੀਂ ਗਏ ਨਾਲ ਦੀ ਨਾਲ ਜੋੜ ਠੀਕ ਨਹੀਂ ਹੋਏ ਤੇ ਅਸੀਂ 24 ਘੰਟਿਆਂ ਦੇ ਅੰਦਰ ਅੰਦਰ, ਮੈਂ ਤੁਹਾਨੂੰ ਜੋ ਵੀ ਗੱਲਾਂ ਕਰ ਰਹੀ ਹਾਂ ਇਹ ਅਮਰੀਕਨ ਜੋ ਹਾਰਟ ਐਸੋਸੀਏਸ਼ਨ ਨੇ ਪਹਿਲਾਂ ਲੱਭੀਆਂ, ਫਿਰ ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਨੇ, ਹੁਣ ਅਮਰੀਕਨ ਅਕੈਡਮੀ ਆਫ ਪੇਨ ਮੈਨੇਜਮੈਂਟ ਨੇ, ਇਹ ਸਾਰੇ ਜੋ ਲੱਖਾਂ ਬੰਦਿਆਂ ਤੇ ਖੋਜਾਂ ਤੋਂ ਬਾਅਦ ਜੋ ਉਹਨਾਂ ਤੋਂ ਫਾਰਮ ਭਰਾਏ ਗਏ ਉਹਨਾਂ ਦੇ ਵਿੱਚੋਂ ਹੀ ਜੋ ਨਿਕਲੇ ਨੇ ਤੱਥ, ਉਹੀ ਮੈਂ ਸਿਰਫ ਤੁਹਾਡੇ ਸਾਹਮਣੇ ਇਹ ਪੇਸ਼ ਕਰ ਰਹੀ ਹਾਂ, ਜਿਹਦੇ ਵਿੱਚ ਸਾਰਿਆਂ ਨੇ ਫਾਰਮਾਂ 'ਚ ਭਰਿਆ ਕਿ ਹਾਂਜੀ 15 ਸਾਲ ਤੋਂ ਸਾਨੂੰ ਤਾਂ ਅਸੀਂ ਤਾਂ ਕਦੇ ਪਰਵਾਹ ਕੀਤੀ ਨਹੀਂ, ਮਾੜੀ ਮੋਟੀ ਨੂੰ ਅਸੀਂ ਕੀ ਜਾਣਦੇ ਹਾਂ, ਇਸ ਤਰ੍ਹਾਂ ਦੀ ਕਰਦੇ ਦੀ। ਉਹਨਾਂ ਨੇ ਆਪ ਫਾਰਮ ਫਿਲ ਕੀਤੇ ਕਿ ਹਾਂ ਅਸੀਂ ਇਹਨੂੰ ਇਗਨੋਰ ਕੀਤਾ। ਸੋ ਉਹ ਚੀਜ਼ ਜਦੋਂ ਅੱਜ ਪਹੁੰਚੀ, ਉਹਨੂੰ ਰਿਪੇਅਰ ਕਿਸ ਤਰੀਕੇ ਅਸੀਂ ਰਾਤੋਂ ਰਾਤ ਕਰ ਸਕਦੇ ਹਾਂ, ਭਾਵੇਂ ਉਹ ਖੁਰਾਕ ਹੈ ਜਾਂ ਭਾਵੇਂ ਦਵਾਈਆਂ ਨੇ, ਜਦੋਂ ਕਿ ਜੋੜ ਤੁਹਾਡਾ 70% ਜਵਾਬ ਦੇ ਚੁੱਕਾ ਹੋਇਆ ਜੀ। ਹੁਣ ਇਹਦੇ ਚ ਕਾਰਨ ਦੇਖੋ ਕੀ ਨੇ, ਬੜੇ ਕਿਸ ਕਰਕੇ ਖੁਰਾਕ ਦੀ ਮਹੱਤਤਾ ਸਾਹਮਣੇ ਆਏ ਤੇ ਕਿਸ ਕਰਕੇ ਦੇਖਿਆ ਗਿਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦਵਾਈ ਤੋਂ ਵੱਧ ਆਰਾਮ ਦੇ ਦਿੰਦੀਆਂ ਨੇ, ਕਿਉਂਕਿ ਅਸੀਂ ਉਹੀ ਕੋਰਸ ਵਾਪਸ ਜਾਣਾ ਸ਼ੁਰੂ ਕੀਤਾ ਇੰਨਾ ਕੁਝ ਸਿੱਖਣ ਤੋਂ ਬਾਅਦ ਕਿ ਜਿਵੇਂ ਇਹ ਡੈਮੇਜ ਹੋਇਆ ਉਸੇ ਤਰ੍ਹਾਂ ਹੀ ਵਾਪਸ ਉਸੇ ਨੂੰ ਰਿਕਵਰੀ ਵੱਲ ਗ੍ਰੈਜੂਅਲੀ ਲੈ ਕੇ ਜਾਈਏ ਤਾਂ ਟੋਟਲ ਰਿਕਵਰੀ ਹੋ ਸਕਦੀ ਹੈ, ਵਰਨਾ ਇੱਕ ਵਾਰ 90% ਗਿਆ ਤਾਂ ਫਿਰ ਉਹ ਹਮੇਸ਼ਾ ਲਈ ਗਿਆ। ਹੁਣ ਇਹਦੇ ਵਿੱਚ ਕੀ ਦੇਖਿਆ ਗਿਆ ਕਿ ਵਿਕਸਿਤ ਮੁਲਕਾਂ ਵਿੱਚ 60% ਖੁਰਾਕ ਪ੍ਰੋਸੈਸਡ ਹੈ ਜੀ। ਹੁਣ ਉਹਦੇ ਵਿੱਚ ਜੋ ਇਹ ਡਾਕਟਰ ਰੋਬਰਟਸਨ ਜਿਨ੍ਹਾਂ ਨੇ ਇਹ ਜਿਹੜੇ ਐਸੋਸੀਏਸ਼ਨ ਜੋ ਕਿ ਪੇਨ ਮੈਨੇਜਮੈਂਟ ਦੇ ਡਾਇਰੈਕਟਰ ਵੀ ਨੇ, ਜਿਨ੍ਹਾਂ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਇਹ ਕੰਮ ਵੀ ਕੀਤਾ, ਖੋਜ ਦੇ ਜੋ ਨਤੀਜੇ ਵੀ ਦੱਸੇ ਕਿ ਉਹ ਜੋ ਉਹਨਾਂ ਮੁਲਕਾਂ ਵਿੱਚ 60% ਪ੍ਰੋਸੈਸਡ ਡਾਈਟ ਹੈ ਜਿਹੜੀ ਅਸਲ ਵਿੱਚ ਜਿੱਥੇ ਨਾ ਤਾਜ਼ੇ ਫਲ ਨੇ ਨਾ ਤਾਜ਼ੀਆਂ ਸਬਜ਼ੀਆਂ ਤੇ ਜੋ ਕੁਝ ਵੀ ਮਿਲ ਰਿਹਾ ਜੈਨੇਟਿਕਲੀ ਇੰਜੀਨੀਅਰਡ ਮਿਲ ਰਿਹਾ, ਨੋਰਮਲ ਚੀਜ਼ਾਂ ਹੀ ਨਹੀਂ ਨੇ ਕੁਦਰਤੀ, ਸੋ ਉਹ ਫਾਈਬਰ ਦੀ ਵੀ ਘਾਟ ਹੈ। ਸੋ ਉੱਥੇ ਇਹਨਾਂ ਨੇ ਦੇਖਿਆ ਕਿ ਇਹ ਡਾਈਟ ਤੁਹਾਡੇ ਸਰੀਰ ਅੰਦਰ ਇੱਕ ਸੀ ਰਿਐਕਟਿਵ ਪ੍ਰੋਟੀਨ ਹੈ ਜਿਹੜੀ ਵਧਾ ਦਿੰਦੀ ਹੈ, ਜਿਸ ਸਦਕਾ ਪਿੱਠ ਦੇ ਹੇਠਲੇ ਹਿੱਸੇ ਵਿੱਚ ਪੀੜ ਹੋਣੀ, ਜੋੜਾਂ 'ਚ ਪੀੜ ਹੋਣੀ ਜਾਂ ਹੋਰ ਇਹ ਚੀਜ਼ਾਂ ਦੀ ਸ਼ੁਰੂਆਤ ਕਰਦੀ ਹੈ, ਜਿਹੜੀ ਇਹ ਹੌਲੀ ਹੌਲੀ ਜੋ ਕਿ ਦਰਦ ਰੱਤੀ ਮਾਸਾ ਸੁੱਜਾ ਹੋਇਆ ਪੈਰ ਹੋਇਆ ਤੇ ਅਸੀਂ ਕੀ ਕਰਦੇ ਹਾਂ, ਮੈਂ ਨਾਰਮਲ ਦੱਸ ਰਹੀ ਹਾਂ ਵੀ ਅਸੀਂ ਪੀੜ ਹੋਈ ਤੁਹਾਡੇ, ਫਰਜ਼ ਕਰੋ ਤੁਸੀਂ ਕਹਿੰਦੇ ਗੋਲੀ ਖਾਧੀ ਤੇ ਅੱਜ ਆਰਾਮ ਕਰ ਲੈਣੇ ਜਾਂ ਪੱਟੀ ਗਰਮ ਬੰਨ ਲੈਣੇ ਤੇ ਚਲੋ ਜੀ ਮੈਂ ਸਵੇਰ ਤੱਕ ਠੀਕ ਹੋਇਆ ਤੇ ਮੈਂ ਫਿਰ ਕੰਮ ਨੂੰ ਜੂਝ ਜਾਵਾਂਗਾ ਜੀ, ਜਦ ਕਿ ਉਹ ਪ੍ਰੋਟੀਨ ਸਗੋਂ ਉੱਥੇ ਹੀ ਰਹੀ, ਉਹ ਨਹੀਂ ਘਟੀ ਨਾ, ਉਹ ਤਾਂ ਤੁਸੀਂ ਉਹਨੂੰ ਘਟਾਉਣ ਲਈ ਕੋਈ ਕੀਤੀ ਹੀ ਨਹੀਂ ਕੋਸ਼ਿਸ਼, ਤੁਸੀਂ ਤਾਂ ਆਪਣਾ ਉਹੀ ਗੋਲੀ ਖਾਧੀ ਦੱਬਿਆ ਤੇ ਸਵੇਰੇ ਫਿਰ ਸ਼ੁਰੂ ਹੋ ਗਏ। ਹੁਣ ਜਿਹੜੀ ਨਾਲ ਉਹਦੇ ਕੀ ਦੂਸਰੀ ਚੀਜ਼ ਨਾਲੋਂ ਨਾਲ ਵਾਪਰ ਰਹੀ ਹੁੰਦੀ ਹੈ ਕਿ ਜੋ ਤੁਸੀਂ ਚੀਜ਼ ਖਾਧੀ ਇਹੋ ਜਿਹੀ ਪ੍ਰੋਸੈਸਡ ਖਾਣੇ ਜਾਂ ਠੰਡੇ ਪੀਤੇ ਜਾਂ ਤੁਸੀਂ ਜੋ ਵੀ ਇਹ ਸਭ ਕੁਛ ਉਟਪਟਾਂ ਖਾਧਾ, ਉਹਨੇ ਤੁਹਾਡੇ ਅੰਤੜੀਆਂ ਅੰਦਰਲੇ ਜੋ ਨਾਰਮਲ ਕੀਟਾਣੂ ਨੇ ਜੋ ਤੁਹਾਡੀ ਬੀ ਕੰਪਲੈਕਸ ਵੀ ਬਣਾਉਂਦੇ ਨੇ, ਤੁਹਾਡੇ ਹੋਰ ਕੰਮਕਾਰ ਵਿੱਚ ਤੁਹਾਡੇ ਹਾਜ਼ਮੇ ਵਿੱਚ ਮਦਦ ਕਰਦੇ ਨੇ, ਜਾਂ ਤੁਹਾਡਾ ਜੋ ਕੰਦ ਬਲਾ ਅਸੀਂ ਖਾ ਲੈਂਦੇ ਹਾਂ ਉਹਨੂੰ ਬਾਹਰ ਕੱਢਣ ਵਿੱਚ ਜਾਂ ਉਹਨੂੰ ਆਪਣੇ ਆਪ ਮੈਟਾਬੋਲਾਈਜ਼ ਕਰਕੇ ਉਹਨੂੰ ਥੋੜਾ ਜਿਹਾ ਘੱਟ ਜ਼ਹਿਰੀਲਾ ਬਣਾਉਣ 'ਚ ਜੋ ਆਪਣੇ ਕੰਮਕਾਰ 'ਚ ਕੁਦਰਤ ਨੇ ਇਹਨਾਂ ਨੂੰ ਜੁਟੇ ਹੋਏ ਨੇ ਕੁਦਰਤ ਵੱਲੋਂ ਭੇਜੇ, ਉਹ ਇਹ ਪ੍ਰੋਸੈਸਡ ਖਾਣੇ ਉਹ ਸਾਰੇ ਕੀਟਾਣੂਆਂ ਦਾ ਨਾਸ਼ ਮਾਰ ਦਿੰਦੇ ਨੇ, ਉਹਦੀ ਜਗ੍ਹਾ ਤੇ ਉਹ ਆਪਣੇ ਮਾੜੇ ਕੀਟਾਣੂ ਉੱਥੇ ਬਿਠਾ ਦਿੰਦੇ ਨੇ ਜੀ। ਹੁਣ ਨਾਰਮਲ ਅੰਤੜੀਆਂ ਅੰਦਰਲੇ ਕੀਟਾਣੂ ਵੀ ਗਏ ਜਿਨ੍ਹਾਂ ਨੇ ਕੁਛ ਤੁਹਾਡੀ ਮਦਦ ਕਰਨੀ ਸੀ, ਉੱਤੋਂ ਤੁਸੀਂ ਬਾਹਰੋਂ ਇੱਕ ਐਸੀ ਪ੍ਰੋਟੀਨ ਤਿਆਰ ਕਰ ਦਿੱਤੀ ਜਿਹਨੇ ਟੁੱਟ ਫੁੱਟ ਸੈੱਲਾਂ ਦੀ ਲਗਾਤਾਰ ਤੋਰੀ ਰੱਖਣੀ ਹੈ ਜਿਹਨੂੰ ਤੁਸੀਂ ਘਟਾਇਆ ਨਹੀਂ। ਹੁਣ ਇਹਦੇ ਵਿੱਚ ਜੋ ਅਸਲ ਵਿੱਚ ਇਹਦੇ 'ਚ ਦਵਾਈਆਂ ਜੋ ਨੁਕਸਾਨ ਕਰਦੀਆਂ ਨੇ ਉਹ ਗੁਰਦੇ ਤੇ ਜਿਗਰ ਨੂੰ ਨਾਲੋਂ ਨਾਲ ਉਹਦੇ ਕੰਮਕਾਰ ਤੇ ਅਸਰ ਪਾ ਦਿੰਦੀਆਂ ਨੇ, ਨਤੀਜਾ ਤੁਸੀਂ ਸਮਝ ਸਕਦੇ ਹੋ ਸਰੀਰ ਅੰਦਰ ਤਬਾਹੀ। ਸੋ ਇਸ ਨੂੰ ਕਿਵੇਂ ਉਹਨਾਂ ਨੇ ਫਿਰ ਵੇਖਿਆ ਵੀ ਜੇ ਅਸਲ ਗੱਲ ਹੀ ਜੇ ਸਿਰਫ ਪ੍ਰੋਸੈਸਡ ਖਾਣਿਆਂ ਦੀ ਹੈ ਤਾਂ ਕਿਉਂ ਨਾ ਫਿਰ ਖਾਣੇ ਤੇ ਹੀ ਧਿਆਨ ਦਿੱਤਾ ਜਾਏ, ਭਈ ਇਹਦੇ ਵਿੱਚ ਕੀ ਐਸੀ ਤਬਦੀਲੀ ਹੈ, ਮਾੜੀ ਖੁਰਾਕ ਹੈ ਜਿਸ ਨੂੰ ਬਦਲਾਅ ਕੀਤਾ ਜਾਏ। ਕਿਉਂਕਿ ਅੰਨ ਦੇ ਵਿੱਚ ਆਪਾਂ ਨੂੰ ਪਤਾ ਜੇ ਕਣਕ ਤੋਂ ਐਲਰਜੀ ਹੈ ਤੇ ਉਹ ਕਣਕ ਖਾਈ ਜਾਵਾਂਗੇ ਤੇ ਸਾਨੂੰ ਪਤਾ ਕੀ ਤਬਾਹੀ ਸਰੀਰ ਅੰਦਰ ਮਚੇਗੀ।
ਹੁਣ ਉਹ ਲੱਭਦੇ ਲਮਾਂਦੇ ਉਹਨਾਂ ਨੇ ਵੇਖਿਆ ਕਿ ਮੈਗਨੀਸ਼ੀਅਮ ਜੋ ਕਿ ਸ਼ਾਇਦ ਡਾਕਟਰ ਵੀ ਬਹੁਤਾ ਖਿਆਲ ਕਈ ਵਾਰ ਨਹੀਂ ਕਰਦੇ, ਈਵਨ ਮੈਂ ਆਪਣੀ ਵੀ ਗੱਲ ਕਰਾਂ ਤਾਂ ਅਸੀਂ ਕੁਝ ਸਾਲਾਂ ਪਹਿਲਾਂ ਤੱਕ ਇਹਨੂੰ ਕੁਝ ਗਿਣਦੇ ਹੀ ਨਹੀਂ ਸਾਂ ਕਿ ਇਹਦੀ ਖੁਰਾਕ ਵਿੱਚ ਕਿੰਨੀ ਕੁ ਮਹੱਤਤਾ ਹੋ ਸਕਦੀ ਹੈ ਕੋਈ ਪੀੜ ਪੂੜ ਦੇ ਲਈ। ਪਰ ਹੁਣ ਇਹ ਜਦੋਂ ਖੁਰਾਕ ਦੇ ਤੱਤ ਬਾਰੇ ਜਾਣਕਾਰੀ ਮਿਲੀ, ਵੇਖਿਆ ਕਿ 70% ਆਬਾਦੀ ਮੈਗਨੀਸ਼ੀਅਮ ਦੀ ਕਮੀ ਨਾਲ ਜੂਝ ਰਹੀ ਹੈ। 70% ਆਬਾਦੀ ਦੁਨੀਆ ਭਰ ਦੀ। ਹੁਣ ਉਹਦੇ ਵਿੱਚੋਂ ਜਿਨ੍ਹਾਂ ਦੇ ਸਰੀਰ ਅੰਦਰ ਮੈਗਨੀਸ਼ੀਅਮ ਘੱਟ ਲੱਭਿਆ, ਉਹਨਾਂ ਚ ਜਿਨ੍ਹਾਂ ਚ ਯਾਨੀ ਇਹਨਾਂ ਵਿੱਚੋਂ ਵੀ ਅੱਗੋਂ 20% ਜਿਨ੍ਹਾਂ ਦੀ ਘਾਟ ਬਹੁਤ ਜ਼ਿਆਦਾ ਸੀ। 70% ਤਾਂ ਵੈਸੇ ਹੀ ਘਾਟ ਨਾਲ ਜੂਝ ਰਹੇ ਨੇ। ਇਹਨਾਂ ਵਿੱਚੋਂ 20% ਅੱਗੋਂ ਪੂਰੀ ਦੁਨੀਆ ਦੀ ਆਬਾਦੀ ਦੇ ਜਿਨ੍ਹਾਂ ਚ ਬਹੁਤ ਸੀਵੀਅਰ ਡੈਫੀਸ਼ੀਐਂਸੀ ਸੀ ਮੈਗਨੀਸ਼ੀਅਮ ਦੀ, ਉਹਨਾਂ ਚ ਦੇਖਿਆ ਮਿਗਰੇਨ ਹੋਣ ਦਾ ਖਤਰਾ 35 ਗੁਣਾ ਵੱਧ ਸੀ ਦੂਜਿਆਂ ਨਾਲੋਂ। ਯਾਨੀ ਜਿਨ੍ਹਾਂ ਨੂੰ ਮਿਗਰੇਨ ਹੁੰਦੀ ਰਹੀ ਉਹ ਟੈਸਟ ਕਰਦੇ ਰਹੇ, ਉਹ ਦੇਖਿਆ ਘੱਟ ਮਿਲਿਆ। ਫਿਰ ਉਹਨਾਂ ਨੇ ਕੁਝ ਖੁਰਾਕ ਰਾਹੀਂ ਪਹਿਲਾਂ ਤੇ ਕੁਝ ਫਿਰ ਨਾਲੋਂ ਨਾਲ ਇਹਨੂੰ ਮੈਗਨੀਸ਼ੀਅਮ ਦੀ ਡੋਜ਼ ਦੇਣੀ ਸ਼ੁਰੂ ਕੀਤੀ, ਤਾਂ ਵੇਖਣ ਵਿੱਚ ਆਇਆ ਕਿ ਮੈਗਨੀਸ਼ੀਅਮ ਨਾਲ ਹੌਲੀ ਹੌਲੀ ਬਾਕੀ ਦਵਾਈਆਂ ਬੰਦ ਵੀ ਕਰ ਦਿਓ ਤੇ ਕੱਲੀ ਮੈਗਨੀਸ਼ੀਅਮ ਨਾਲ ਹੀ ਫਰਕ ਪੈਣਾ ਸ਼ੁਰੂ ਹੋ ਗਿਆ। ਸੋ ਉਹ ਦਿਨੇ ਦੇਣ ਨਾਲ ਕਾਫੀ ਅਫਾਰਾ ਹੋ ਰਿਹਾ ਸੀ। ਸੋ ਰਾਤ ਨੂੰ ਗੋਲੀਆਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਦੇਖਿਆ ਕਿ ਮਿਗਰੇਨ 3 ਤੋਂ 6 ਮਹੀਨੇ, ਕਈਆਂ 'ਚ ਸਾਲ ਬਾਅਦ ਅਟੈਕਸ ਦੀ ਗਿਣਤੀ ਲਗਭਗ 1/3 ਰਹਿ ਗਈ ਜੀ। ਸਮਝ ਆ ਗਈ ਕਿ ਦਵਾਈਆਂ ਤੋਂ ਬਗੈਰ ਵੀ ਕੱਲੀ ਖੁਰਾਕ ਨਾਲ ਠੀਕ ਹੋ ਸਕਦਾ। ਫਿਰ ਕੀਤਾ ਗਿਆ ਕਿ ਮੈਗਨੀਸ਼ੀਅਮ ਲਈ ਲੋੜੀਂਦੀ ਖੁਰਾਕ ਕੀ ਹੈ। ਆਮ ਦੇਖੋ ਪਾਲਕ ਕਿੰਨੀ ਕੁ ਖਾ ਰਹੇ ਹਾਂ ਅਸੀਂ, ਬਹੁਤ ਘੱਟ। ਪੇਠੇ ਦੇ ਬੀਜ ਕਿੰਨੇ ਕੁ ਖਾਦੇ, ਬਦਾਮ ਜਿਹਦੇ ਤੇ ਅਸੀਂ ਪਹਿਲਾਂ ਹੀ ਠੋਕ ਦਿੰਦੇ ਹਾਂ ਨਾ ਜੀ ਨਾ, ਇਹ ਤਾਂ ਗਰਮੀਆਂ 'ਚ ਖਾਣ ਨਾਲ ਸਾਡਾ ਸਰੀਰ ਤਬਾਹ ਹੋ ਜਾਏਗਾ। ਇਹ ਨਹੀਂ ਪਤਾ ਨਹੀਂ, ਬੜੀ ਮਿਸਕਨਸੈਪਸ਼ਨ ਬਦਾਮਾਂ ਬਾਰੇ ਤੇ ਬੜਾ ਹੈ ਜੀ ਜੀ। ਬਿਲਕੁਲ। ਫਿਰ ਇੱਕ ਹੋਰ ਮਿਸਕਨਸੈਪਸ਼ਨ, ਇਹਨੂੰ ਜੀ ਭਿਉਂ ਕੇ ਨਾ ਖਾਦੇ ਤਾਂ ਜ਼ਹਿਰ ਹੈ ਇਹਦੇ 'ਚ। ਪਤਾ ਨਹੀਂ ਕਿਉਂ ਅਸੀਂ ਇਹ ਉਟਪਟੰਗ ਚੀਜ਼ਾਂ ਖਾਂਦੇ ਹਾਂ। ਖਾਣਾ ਤੇ ਚਬਾ ਕੇ ਹੀ ਆ, ਦੰਦ ਨਹੀਂ ਚਬਾਣਾ। ਜੇ ਦੰਦ ਨਹੀਂ ਆਣ ਤਾਂ ਭਿਉਂ ਕੇ ਖਾ ਲਓ, ਬਾਕੀ ਤਾਂ ਉਸ 'ਚ ਪਾਣੀ ਹੀ ਵੜਿਆ। ਤੇ ਜੇ ਤੁਹਾਨੂੰ ਲੱਗਦਾ ਵੀ ਖਾਦੇ ਜਾ ਸਕਦੇ ਨੇ, ਵੈਸੇ ਚੱਬ ਲਓ। ਤੁਸੀਂ ਕਿਲੋਆਂ ਦੇ ਹਿਸਾਬ ਨਾਲ ਖਾਣੇ ਨਹੀਂ, ਆਪਣੀ ਬੰਦ ਮੁੱਠੀ ਵਿੱਚ ਖਾਣੇ ਆ। ਪਰ ਇਹ ਗਰਮੀ ਸਰਦੀ ਦਾ ਜਦ ਤੱਕ ਅਸੀਂ ਇਹ ਨਹੀਂ ਆਪਣੇ ਮਨਾਂ ਵਿੱਚੋਂ ਇਹ ਕੱਢਦੇ, ਅਸੀਂ ਇਹ ਬਿਮਾਰ ਇਸੇ ਤਰ੍ਹਾਂ ਹੀ ਹੁੰਦੇ ਰਹਿਣਾ ਜੇ। ਸੋ ਇਸੇ ਹੀ ਤਰ੍ਹਾਂ ਜੇ ਕਾਲੇ ਰਾਜਮਾ, ਹੁਣ ਉਹਦੇ ਤੇ ਵੀ ਤਾਂ ਜੀ ਸਾਨੂੰ ਵਾਈ ਨੇ, ਇਹ ਸਮਝ ਹੀ ਨਹੀਂ ਆਉਂਦੀ ਕਿ ਵਾਈ ਤਾਂ ਭਾਈ ਜਿਹੜੀਆਂ ਦਵਾਈਆਂ ਖਾ ਖਾ ਨਾਸ ਮਾਰਿਆ, ਜਾਂ ਤੁਹਾਡੇ ਸਰੀਰ ਅੰਦਰ ਦੇ ਜੋ ਚੰਗੇ ਬੈਕਟੀਰੀਆ ਮੁੱਕ ਗਏ ਜਿਨ੍ਹਾਂ ਨੇ ਤੁਹਾਡੀ ਇਹ ਵਾਈਪਨ ਖਤਮ ਕਰਨਾ ਸੀ, ਉਹ ਤਾਂ ਮੁਕਾਤੇ ਤੁਸੀਂ। ਹੁਣ ਵਾਈ ਤਾਂ ਹੋਣੀ ਉਸ ਕਰਕੇ ਹੈ ਨਾ ਕਿ ਕਾਲੇ ਰਾਜਮਾ ਨੂੰ ਮੁਸੀਬਤ ਪਈ ਜੇ। ਐਵੋਕੈਡੋ, ਕੇਲਾ, ਅੰਜੀਰ, ਮੈਨੂੰ ਦੱਸ ਦਿਓ ਦਿਲ ਤੇ ਹੱਥ ਰੱਖ ਕੇ ਭਾਜੀ, ਅੰਜੀਰ ਤੁਸੀਂ ਹਫ਼ਤੇ 'ਚ ਕਿੰਨੀ ਵਾਰ ਖਾਂਦੇ? ਮੈਨੂੰ ਮੇਰੇ ਫਾਦਰ ਬੜੇ ਲੜੀ ਜਾਂਦੇ, ਕਹਿੰਦੇ ਤੂੰ ਕੋਰੋਨਾ 'ਚ ਉੱਠਿਆ ਅੰਜੀਰ ਤਾਂ ਖਾ ਲਿਆ ਕਰ। ਨਹੀਂ ਕਿੱਥੇ ਜੀ। ਹੁਣ ਮੈਂ ਇਹੋ ਤੁਹਾਨੂੰ ਚੀਜ਼ ਕਹਿ ਰਹੀ ਹਾਂ ਕਿ ਜੇ ਅਸੀਂ ਆਪਣੇ ਅੰਦਰ ਦੇਖਾਂਗੇ ਕਿ ਅਸੀਂ ਪਾਲਕ ਕਿੰਨੀ ਕੁ ਖਾਧੀ, ਲੋੜ ਦੇ ਵਿੱਚ ਜੇ ਲੋੜ ਅਨੁਸਾਰ ਇੱਕ ਦਿਨ ਵਿੱਚ ਜੇ 2 ਕੌਲੀਆਂ ਸਾਡੀ ਮੈਗਨੀਸ਼ੀਅਮ ਪੂਰੀ ਕਰਨ ਲਈ ਚਾਹੀਦੀਆਂ ਨੇ, ਤਾਂ ਕਿੰਨੀ ਕੁ ਵਾਰ ਖਾ ਲਈ, ਜਾਂ ਕਿੰਨੀ ਵਾਰ ਅੰਜੀਰ ਖਾ ਲਈ, ਜਾਂ ਕਿੰਨੀ ਵਾਰ ਪੇਠੇ ਦੇ ਬੀਜ ਖਾ ਲਏ। ਜਾਂ ਇਹ ਚੀਜ਼ਾਂ ਯਾਨੀ ਅਸੀਂ ਪੂਰੀ ਖੁਰਾਕ ਨਹੀਂ ਲੈ ਰਹੇ, ਤਾਂ ਹੀ 70% ਆਬਾਦੀ ਜੂਝ ਰਹੀ ਹੈ। ਤੇ ਜੇ ਕਾਰਨ ਇਹੋ ਨਿਕਲ ਜਾਵੇ ਕਿ ਸਿਰ ਪੀੜੀ ਇਹਦੇ ਕਰਕੇ ਹੈ, ਤਾਂ ਸਮਝ ਸਕਦੇ ਹੋ ਉਹਨੂੰ ਠੀਕ ਵੀ ਫਿਰ ਕੱਲੀ ਮੈਗਨੀਸ਼ੀਅਮ ਨਾਲ ਹੋਇਆ। ਇੰਜ ਆਪਾਂ ਨੂੰ ਪਤਾ ਹੈ ਕਿ ਜੇ ਵਿਟਾਮਿਨ ਡੀ ਦਾ ਝੱਸ ਪਿਆ, ਸਾਨੂੰ ਇੱਕ ਵਾਰ ਕਮੀ ਦਾ ਰੌਲਾ ਪਿਆ, ਤਾਂ ਪੂਰੀ ਦੁਨੀਆ ਵਿਟਾਮਿਨ ਡੀ ਤੇ ਟੈਸਟ ਕਰਾਉਂਦੀ ਫਿਰਦੀ ਹੈ, ਤਾਂ ਸਾਨੂੰ 80% ਆਬਾਦੀ 'ਚ ਵਿਟਾਮਿਨ ਡੀ ਦੀ ਕਮੀ ਲੱਭ ਗਈ। ਤੇ ਉਸ ਤੋਂ ਬਾਅਦ ਜੋੜਾਂ ਦੇ ਦਰਦ ਲਈ ਟਣਾ ਦੇ ਹਿਸਾਬ ਨਾਲ ਵਿਟਾਮਿਨ ਡੀ ਖਾਣੀ ਸ਼ੁਰੂ ਕਰ ਦਿੱਤੀ। ਪਰ ਕਿਸੇ ਨੇ ਨਹੀਂ ਸੋਚਿਆ ਕਿ ਵਿਟਾਮਿਨ ਡੀ ਲਈ ਅਸੀਂ ਭਾਈ ਬਾਹਰ ਦੌੜ ਆਉਂਦੇ ਹਾਂ, ਧੁੱਪ ਦੇ ਵਿੱਚ ਥੋੜੀ ਸੂਰਜ ਦੀ ਲੈ ਲਈਏ, ਰੋਸ਼ਨੀ ਦੇ ਵਿੱਚ ਅਸੀਂ ਬਣਾ ਲਈਏ, ਨਾ ਅਸੀਂ ਉਸ ਪਾਸੇ ਵੱਲ ਖਿਆਲ ਨਹੀਂ ਕਰਦੇ। ਨਾ ਸਬਜ਼ੀਆਂ ਬਹੁਤੀਆਂ ਖਾਂਦੇ ਹਾਂ, ਨਾ ਦਾਲਾਂ ਖਾਂਦੇ ਹਾਂ। ਦਾਲਾਂ ਵਿੱਚ ਵੀ ਅਸੀਂ ਨੁਕਸ ਹੀ ਕੱਢਦੇ ਹਾਂ ਜ਼ਿਆਦਾ। ਪਰ ਮੈਂ ਜਦੋਂ ਤੁਹਾਨੂੰ ਹੁਣ ਖੁਰਾਕ ਵਿੱਚ ਦੱਸਾਂਗੀ ਫਾਇਦੇ ਕਿਹਦੇ ਨੇ, ਤੁਸੀਂ ਹੈਰਾਨ ਹੋ ਜਾਓਗੇ ਕਿਹੜੀ ਦਾਲ ਇਹਦੇ ਵਿੱਚ ਆਉਂਦੀ। ਜੇ ਤੁਸੀਂ ਮਜ਼ੇਦਾਰ ਗੱਲ ਇਹ ਵੇਖੋ ਕਿ ਮੋਟਾਪੇ ਦੇ ਨਾਲ ਰਿਲੇਟਡ ਕਿਸ ਤਰੀਕੇ ਇਹ ਪੀੜ ਨਾਲ ਜੋੜੀ ਗਈ ਜੇ ਕਿ ਜੇ ਸਿਰਫ 5% ਤੁਸੀਂ ਅੰਦਾਜ਼ਾ ਲਾ ਲਓ, ਸਿਰਫ 5% weight ਜੇ ਅਸੀਂ ਡਿਕਰੀਜ਼ ਕਰਦੇ ਹਾਂ ਤਾਂ 41% ਦਰਦ ਖਤਮ ਹੋ ਜਾਂਦੀ ਜੇ। ਉਹ ਨੁਕਸ ਜਿਹੜਾ ਅੰਦਰਲਾ 20% ਨੁਕਸ ਵੀ ਠੀਕ ਹੋ ਜਾਂਦਾ ਸਿਰਫ 5% weight loss ਨਾਲ। ਤੇ ਇਹ ਤੁਸੀਂ ਹੁਣ ਅੰਦਾਜ਼ਾ ਲਾ ਲਓ ਕਿ ਖੁਰਾਕ ਨਾਲ ਤੇ ਕਸਰਤ ਨਾਲ, ਦੋ ਹੀ ਚੀਜ਼ਾਂ ਨੇ
ਜਿਹੜੀ ਤੁਹਾਡੀ ਸਰੀਰ ਦੀ ਮਸ਼ੀਨਰੀ ਨੂੰ ਠੀਕ ਰੱਖਣਗੀਆਂ ਤੇ ਇਹ ਜੋੜਾਂ ਦੇ ਪੀੜ ਤੋਂ ਬਚਾਉਣਗੀਆਂ, ਜਾਂ ਜੋੜ ਖਰਾਬ ਹੋ ਰਹੇ ਨੇ ਤੇ ਠੀਕ ਵੱਲ ਨੂੰ ਵੀ ਲਿਜਾਉਣਗੀਆਂ। ਦੇਖੋ, ਅਸੀਂ ਸੈਰ ਦਾ ਆਮ ਤੌਰ ਤੇ ਮਤਲਬ ਸਮਝਦੇ ਹਾਂ ਵੀ ਅਸੀਂ ਦਰਾਣੀਆਂ ਜਠਾਣੀਆਂ ਨੂੰ ਪੁਣ ਲਈਏ, ਸੱਸ ਨੂੰ ਪੁਣ ਲਈਏ, ਆਂਢੀਆਂ ਗੁਆਂਢੀਆਂ 'ਚ ਨੁਕਸ ਕੱਢ ਲਈਏ, ਸਾਨੂੰ ਲੱਗਦਾ ਵੀ ਬਹੁਤ ਖੁਸ਼ ਅਸੀਂ ਵਾਪਸ ਆਏ, ਸੈਰ ਕਰ ਲਿਆ, ਕਿਸੇ ਦੀ ਬਦਖੋਈ ਕਰ ਲਈ। ਇੰਜ ਦੀ ਸੈਰ ਉੱਕਾ ਹੀ ਅਸਰ ਨਹੀਂ ਕਰਦੀ। ਸੈਰ ਮੈਂ ਗੱਲ ਹੀ ਨਹੀਂ ਬੋਲ ਰਹੀ, ਗੱਲ ਕਰ ਰਹੀ ਹਾਂ ਰਨਿੰਗ ਦੀ। ਐਕਸਰਸਾਈਜ਼ ਹੋਣੀ ਚਾਹੀਦੀ ਹੈ 40 ਮਿੰਟ ਘੱਟੋ ਘੱਟ, ਤੇ ਹਫ਼ਤੇ ਦੇ 5 ਦਿਨ, ਜਿਸ ਵਿੱਚ ਇਹਨੂੰ ਅਸੀਂ ਤਗੜੀ ਕਸਰਤ, ਜਿਸ 'ਚ ਦੌੜਨਾ, ਜੋਗਿੰਗ ਕਰਨੀ, ਰੱਸੀ ਟੱਪਣੀ, ਸਾਈਕਲ ਚਲਾਉਣਾ, ਤੈਰਨਾ, ਇਹ ਚੀਜ਼ਾਂ ਤਾਂ ਹੋ ਸਕਦੀਆਂ ਨੇ। ਕਿਸੇ ਵੀ ਹਾਲ ਵਿੱਚ ਤੁਰਨਾ ਨਹੀਂ ਉਹਦੇ ਵਿੱਚ ਹੈ, ਦੌੜਨਾ। ਇਹ ਮਤਲਬ ਇਹ ਹੈ ਕਿ ਜੇ ਅਸੀਂ ਮਸ਼ੀਨ ਰਵਾ ਕਰਨੀ ਹੈ, ਤੁਸੀਂ ਦੇਖੋ ਈਵਨ ਤੁਸੀਂ ਟਾਇਲਟ ਦਾ ਫਲਸ਼ ਵੀ ਜੇ ਨਾ ਹਫ਼ਤਾ ਚਲਾਓ ਤੇ ਉਹ ਵੀ ਚੂੰ ਚੂੰ ਕਰਨ ਲੱਗ ਜਾਂਦਾ। ਬਿਲਕੁਲ ਇਸੇ ਹੀ ਤਰ੍ਹਾਂ ਜੇ ਤੁਸੀਂ ਮੋਟਰਸਾਈਕਲ ਬੰਦ ਕਰਕੇ ਰੱਖ ਦਿਓ ਤੇ ਤੁਸੀਂ ਚਲਾਓ 15 ਦਿਨ ਬਾਅਦ ਮਾਰੀ ਜਾਓ ਕਿੱਕਾਂ, ਉਹ ਨਹੀਂ ਜੇ ਸਟਾਰਟ ਹੁੰਦਾ। ਬਿਲਕੁਲ ਇਸੇ ਤਰ੍ਹਾਂ ਸਰੀਰ ਜੇ ਤੁਸੀਂ ਚਲਾ ਲਓ ਤਾਂ ਤੁਹਾਡੇ ਜੰਮੇ ਹੋਏ ਗੋਡੇ, ਜੁੜੇ ਹੋਏ ਗੋਡੇ ਵੀ ਖੁੱਲ ਜਾਣਗੇ, ਵਰਨਾ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਤੁਸੀਂ ਨਕਾਰਾ ਹੀ ਰਹਿ ਜਾਣਾ। ਸੋ ਪਹਿਲੀ ਚੀਜ਼ ਤਾਂ ਆਪਾਂ ਕਸਰਤ ਕਰਨੀ ਸ਼ੁਰੂ ਕਰੀਏ। ਦੂਜੀ ਚੀਜ਼ ਖੁਰਾਕ, ਜਿਹੜੀ ਹੁਣ ਮੈਂ ਡਿਟੇਲ 'ਚ ਦੱਸਾਂਗੀ ਕਿਹੜੀ ਲਈ ਜਾਵੇ ਜਿਸ ਨਾਲ ਜਿਹਦੇ 'ਚੋਂ ਫਾਇਦਾ ਮਿਲ ਸਕਦਾ ਹੈ। ਤੇ ਤੀਜੀ ਚੀਜ਼ ਭਾਜੀ ਜੋ ਬਹੁਤ ਜ਼ਿਆਦਾ ਜ਼ਰੂਰੀ ਜੇ ਉਹ ਇਹ ਹੈ ਕਿ ਅਸੀਂ ਆਮ ਤੌਰ ਤੇ ਇੱਕਦਮ ਅਸਰ ਪਾਲਦੇ ਹਾਂ ਵੀ ਮੈਂ ਹੁਣ ਅੱਜ ਪਾਲਕ ਖਾ ਲਈ, ਕੱਲ ਠੀਕ ਕਿਉਂ ਨਹੀਂ ਹੋ ਗਿਆ। ਇਹ ਤਾਂ ਹੈ। ਹਾਂਜੀ, ਇਹ ਆਪਣੇ ਪ੍ਰੋਗਰਾਮ ਤੋਂ ਬਾਅਦ ਮੈਂ ਹੈਰਾਨ ਆ, ਪੂਰਾ ਹਫ਼ਤਾ ਭਾਜੀ ਮੈਨੂੰ ਜਿਸ ਕਾਰਨ ਅੱਜ ਮਜਬੂਰੀ 'ਚ ਇਹ ਜੋੜਾਂ ਦਾ ਜ਼ਿਕਰ ਕਰਨਾ ਪੈ ਰਿਹਾ। ਇਹ ਫੋਨ ਲਗਾਤਾਰ ਆਉਂਦੇ ਨੇ, ਬਹੁਤ ਧੰਨਵਾਦੀ ਹਾਂ ਮੈਂ ਸੁਣਨ ਵਾਲਿਆਂ ਦੇ, ਕੋਈ ਇੰਨੇ ਗੌਰ ਨਾਲ ਇਹ ਪ੍ਰੋਗਰਾਮ ਸੁਣਦੇ ਨੇ। ਪਰ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਦੀ ਹਾਂ ਕਿ ਇੱਕਦਮ ਆਰਾਮ ਨਹੀਂ ਆਉਣਾ ਤੇ ਢਹਿ ਢੇਰੀ ਨਾ ਹੋਵੋ। ਤੁਸੀਂ ਮਨ ਵਿੱਚ ਚੜ੍ਹਦੀ ਕਲਾ ਰੱਖੋ। ਜੇ ਜ਼ਿਆਦਾ ਵੀ ਬਿਮਾਰੀ ਵਧੀ ਹੋਈ ਹੈ, ਹੁਣ ਵੀ ਕੋਈ ਸਮਾਂ ਨਹੀਂ ਲੰਘਿਆ, ਅਜੇ ਵੀ ਜੇ ਅਸੀਂ ਤਬਦੀਲੀ ਖੁਰਾਕ ਵਿੱਚ ਕਰ ਲਈਏ, ਸਰੀਰ ਨੂੰ ਤੁਰਨ ਲਾ ਦਈਏ ਤਾਂ ਹਾਲੇ ਵੀ ਫਾਇਦਾ ਲੈ ਸਕਦੇ ਹਾਂ। ਇਹੋ ਜਿਹੀ ਕੋਈ ਗੱਲ ਨਹੀਂ ਕਿ ਅਸੀਂ ਇਸ ਤੋਂ ਬਚਾਅ ਨਹੀਂ ਕਰ ਸਕਦੇ। ਜਿਹੜੀਆਂ ਵਧੀਆ ਖੁਰਾਕਾਂ ਜੋ ਸਾਬਤ ਹੋਈਆਂ ਨੇ ਉਹਨਾਂ ਵਿੱਚ ਦੇਖੋ, ਮੱਛੀ ਦਾ ਤੇਲ, ਓਮੇਗਾ 3 ਫੈਟੀ ਐਸਿਡ ਸਦਕਾ ਬਹੁਤ ਮੱਛੀ ਆਪ ਰੈਗੂਲਰ ਖਾਂਦੇ ਰਹੋ, ਭਾਵੇਂ ਹਫ਼ਤੇ ਵਿੱਚ 3 ਵਾਰੀ ਸਹੀ, ਤਾਂ ਬਹੁਤ ਅਸਰਦਾਰ ਜੇ। ਇਸੇ ਤਰ੍ਹਾਂ ਇਹਨੂੰ ਖਾਂਦੇ ਰਹਿਣ ਨਾਲ ਜੋੜਾਂ ਵਿਚਲਾ ਅਕੜਾਓ ਵੀ ਘਟ ਸਕਦਾ। ਫਿਰ ਦਾਲਾਂ ਸਬਜ਼ੀਆਂ ਜ਼ਰੂਰ ਲਓ, ਇਹਨਾਂ ਵਿਚਲੇ ਸਲਫਰ ਜੋ ਜਾਂਦਾ ਜੇ ਕੁਦਰਤੀ ਤੌਰ ਤੇ, ਉਹ ਪੀੜ ਤੇ ਸੋਜ਼ਿਸ਼ ਘਟਾਉਂਦਾ ਜੇ। ਹਲਦੀ ਬਾਰੇ ਮੈਂ ਆਪਾਂ ਅੱਗੇ ਵੀ ਬਹੁਤ ਗੱਲ ਕੀਤੀ ਹੈ ਕਿ ਬਹੁਤ ਵਾਰੀ ਕਰ ਚੁੱਕੇ 51% ਉਹਦੇ ਹੱਕ ਵਿੱਚ ਨੇ, ਤਾਂ 49% ਉਹਦੇ ਅਗੇਂਸਟ ਵੀ ਆ ਚੁੱਕੀਆਂ ਨੇ, ਜਿਹੜੀਆਂ ਕਲੀਅਰ ਕਰ ਚੁੱਕੀਆਂ ਨੇ ਭਾਈ ਸਾਹਿਬ ਟਣਾ 'ਚ ਹਲਦੀ ਨਹੀਂ ਅਸਰ ਕਰਦੀ। ਹਲਦੀ ਲੈਣੀ ਜੇ ਦੁੱਧ ਵਿੱਚ ਵੀ ਉਹ ਨਹੀਂ ਅਸਰ ਕਰਦੀ ਉਹਨਾਂ, ਕਿਉਂਕਿ ਬਾਕੀ ਤਾਂ ਸਰੀਰ ਬਾਹਰ ਕੱਢ ਦਿੰਦਾ ਜੇ। ਸਾਡੇ ਸਿਸਟਮ ਹੀ ਹੈ ਨਹੀਂ ਵਾਧੂ ਹਲਦੀ ਅੰਦਰ ਰੱਖਣ ਦਾ। ਸੋ ਕਾਰਨ ਮੈਂ ਫਿਰ ਉਹੀ ਦੁਬਾਰਾ, ਕਿਉਂਕਿ ਕਈ ਵਾਰ ਦੱਸਿਆ, ਫਿਰ ਵੀ ਲੋਕ ਪੁੱਛਦੇ ਨੇ ਮੈਨੂੰ ਸੁਣਨ ਵਾਲੇ, ਜੋ ਉਹਨਾਂ ਲਈ ਮੈਂ ਫਿਰ ਦੁਹਰਾ ਦਿੰਦੀ ਹਾਂ ਕਿ ਤੁਸੀਂ ਕਾਲੀ ਮਿਰਚ ਜਦੋਂ ਨਾਲ ਪਾਈ ਹੋਏਗੀ ਤਾਂ ਹਲਦੀ ਤੁਹਾਡੀ ਸੋਹਣੀ ਐਬਜ਼ੌਰਬ ਹੋ ਸਕਦੀ ਹੈ। ਸੋ ਕਾਲਾ ਲੂਣ, ਕਾਲੀ ਮਿਰਚ ਮਿਕਸ ਕਰਕੇ ਜਦੋਂ ਸਬਜ਼ੀ 'ਚ ਪਾਉਂਦੇ ਹੋ ਤਾਂ ਓਨੀ ਕੁ ਤੁਹਾਨੂੰ ਸਾਰੇ ਦਿਨ ਵਿੱਚ ਪੌਣਾ ਚਮਚਾ ਬਥੇਰੀ ਜੇ, ਜਿਹੜੀ ਤੁਹਾਨੂੰ ਫਾਇਦਾ ਦੇ ਸਕਦੀ ਹੈ। ਇਸੇ ਤਰ੍ਹਾਂ ਇੱਕ ਬੋਰੈਗੋ ਆਇਲ ਜੇ, ਜਿਹੜਾ ਜਿਸ ਵਿੱਚ ਲਿਨੋਲੇਨਿਕ ਐਸਿਡ ਬੜੇ ਤਗੜੇ ਨੇ, ਉਹ ਮਿਲਦਾ ਜੇ ਤੁਹਾਨੂੰ। ਉਹ ਰੂਮੇਟਾਇਡ ਆਰਥਰਾਈਟਸ ਵਿੱਚ ਇੱਕ ਕੁਦਰਤੀ ਹੈ ਜਿਹੜੇ ਬੂਟੇ ਚੋਂ ਨਿਕਲਦਾ ਬੋਰੈਗੋ ਬੂਟੇ ਦਾ ਤੇਲ ਹੈ, ਜਿਹੜਾ ਕਿ ਤੁਹਾਡੇ ਸੋਜ਼ਿਸ਼ ਅੰਦਰਲੀ ਸਾਰੀ ਖਤਮ ਹੀ ਕਰ ਦਿੰਦਾ ਜੋੜਾਂ ਦੇ। ਜੇ ਇਹਨੂੰ ਮਲਣ ਨਾਲ ਵੀ ਤੇ ਖਾਣ ਨਾਲ ਵੀ ਫਾਇਦਾ ਲਿਆ ਜਾ ਸਕਦਾ ਜੀ। ਇੰਜੀ ਸਾਡੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਲਿਵਰ ਕਿਉਂ ਕਿਸੇ ਨੂੰ ਕਹਿੰਦੇ ਹਾਂ ਖਾਣਾ, ਤਾਂ ਉਹ ਲਿਵਰ ਵਿੱਚ ਅਸਲ 'ਚ ਕੁਦਰਤੀ ਐਡੀਨੋਸਿਨ ਮੈਥਾਇਓਨਿਨ ਜੋ ਹੈ, ਜੋ ਖੁਰਾਕ ਰਾਹੀਂ ਵੀ ਖਾਧਾ ਜਾਏ, ਜੋ ਪੀੜ ਨੂੰ ਆਰਾਮ ਦਿੰਦੇ ਨੇ। ਸੋ ਇਹ ਵੀ ਲਿਆ ਜਾ ਸਕਦਾ ਹੈ। ਕਾਰਟਿਲੇਜ ਦੀ ਰਿਪੇਅਰ ਵੀ ਕਰਦਾ ਜੀ। ਇਸੇ ਤਰ੍ਹਾਂ ਕਾਰਟਿਲੇਜ ਦੀ ਟੁੱਟ ਫੁੱਟ ਰੋਕਣ ਲਈ ਤਾਂ ਹੋਰ ਵੀ ਜਿਵੇਂ ਤੁਸੀਂ ਐਵੋਕੈਡੋ ਲੈ ਸਕਦੇ ਹੋ। ਇਸੇ ਤਰ੍ਹਾਂ ਚੈਰੀਜ਼ ਨੇ, ਓਟਮੀਲ ਜਾਂ ਸੱਤੂ, ਅਖਰੋਟ, ਬਦਾਮ, ਫਲੈਕਸ ਬੀਜ, ਚੀਆ ਸੀਡਸ, ਫਿਰ ਕੇਲ ਪੱਤਾ, ਪੱਤ ਗੋਭੀ, ਬਰੋਕਲੀ, ਇਹ ਇੰਨੇ ਕਮਾਲ ਦੇ ਨੇ। ਇੱਕ ਕਿਸਮ ਦੇ ਐਂਜ਼ਾਈਮ ਰਾਸ਼ੀ ਘਟਾ ਦਿੰਦੇ ਨੇ ਜਿਹੜੇ ਜੋੜਾਂ 'ਚ ਸੋਜ਼ਿਸ਼ ਕਰ ਰਹੇ ਹੁੰਦੇ ਨੇ। ਹੁਣ ਆਪਾਂ, ਮੈਨੂੰ ਲੱਗਦਾ ਮੈਂ ਆਪ ਵੀ ਦੇਖਾਂ ਤਾਂ ਅਸੀਂ ਡਰਦੇ ਮਾਰੇ ਪੱਤ ਗੋਭੀ
ਮੇਰਾ ਖਿਆਲ ਹੈ ਰੇਅਰ ਹੀ ਖਾਣੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਇਹਨਾਂ 'ਚ ਕੀੜਾ ਜੋ ਆ ਰਿਹਾ ਤੇ ਸਪਰੇਅ ਜਿਸ ਸਦਕਾ ਇਹ ਨਾਸ ਵੱਜ ਗਿਆ, ਇਹਦਾ ਖਾਧੀ ਨਹੀਂ ਜਾਂਦੀ ਡਰਦੇ ਮਾਰੇ। ਪਰ ਉਹਦੇ ਵਿਚਲੇ ਜਿੰਨੇ ਕੁ ਜ਼ਰੂਰੀ ਤੱਤ ਨੇ ਆਪਾਂ ਫਿਰ ਕਿਸੇ ਪ੍ਰੋਗਰਾਮ 'ਚ ਉਹਦੀ ਮੈਂ ਦੱਸਣਾ ਚਾਹਾਂਗੀ। ਪਰ ਕੀ ਕਰੀਏ ਜਦੋਂ ਸਾਨੂੰ ਨਿਰੀ ਸਪਰੇਆਂ ਦੀ ਮਾਰੀਆਂ ਸਬਜ਼ੀਆਂ ਮਿਲਦੀਆਂ ਨੇ ਤੇ ਉਹਨਾਂ ਨੂੰ ਕੀ ਜ਼ਹਿਰ ਖਾਈਏ ਜਾਂ ਕੀ ਫਾਇਦੇ ਲਈਏ ਜੇ ਸਮਝ ਨਹੀਂ ਆ ਰਹੀ। ਪਰ ਸਾਨੂੰ ਇਹ ਚੀਜ਼ ਜੇ ਆਪ ਹੀ ਘਰ ਵਿੱਚ ਗਮਲਿਆਂ 'ਚ ਹੀ ਬੀਜ ਲਈਏ ਤਾਂ ਮੇਰਾ ਖਿਆਲ ਇਹਦੇ ਨਾਲ ਅਸੀਂ ਬਹੁਤ ਫਾਇਦਾ ਲੈ ਸਕਦੇ ਹਾਂ, ਕਿਉਂਕਿ ਇਹਨਾਂ ਵਿੱਚ ਫਾਈਬਰ, ਵਿਟਾਮਿਨ, ਲੋੜੀਂਦੇ ਤੱਤ, ਮੈਗਨੀਸ਼ੀਅਮ ਸਾਰਾ ਕੁਝ ਜੇ ਭਰਿਆ ਪਿਆ ਜੋ ਸਾਨੂੰ ਫਾਇਦਾ ਦੇ ਸਕਦਾ ਹੈ। ਬਲੂਬੈਰੀਜ਼ ਜੇ ਲੈ ਸਕੋ ਇੱਕ ਮੁੱਠੀ ਭਰ ਕੇ ਹਫਤੇ ਵਿੱਚ 5 ਦਿਨ, ਬਹੁਤ ਫਾਇਦੇਮੰਦ ਨੇ। ਬਿਲਕੁਲ, ਬਲੂਬੈਰੀ ਹੁਣ ਸਾਡੇ ਜਿਹੜੇ BC ਵਾਲੇ ਫਰੈਂਡਸ ਨੇ ਜਾਂ ਉਧਰ ਨਾਲ ਲੱਗਦੇ ਅਮਰੀਕਾ ਵਾਲੇ ਜਿਹੜੇ ਸਾਡੇ ਲਿਸਨਰ ਨੇ ਉਹ ਬੜੀ ਵਧੀਆ ਖਾ ਸਕਦੇ ਆ ਬੈਰੀਜ਼ ਉੱਥੇ। ਹਾਂਜੀ, ਹੁਣ ਰੁੱਤ ਹੈ। ਦੇਖੋ ਭਾਜੀ, ਆਪਾਂ ਦੋਨਾਂ ਨੂੰ ਨਾ ਇੱਕ ਗੱਲ ਇਸ ਪ੍ਰੋਗਰਾਮ ਰਾਹੀਂ ਪੱਕੀ ਕਰਨੀ ਪੈਣੀ ਹੈ ਜੀ। ਦੇਖੋ ਅਸੀਂ ਤੁਹਾਨੂੰ ਫਾਇਦੇ ਗਿਣਾ ਰਹੇ ਹਾਂ ਤੇ ਜਦੋਂ ਤੁਸੀਂ ਜਾਂ ਮੈਂ ਅਸੀਂ ਜਾਵਾਂਗੇ ਸਾਨੂੰ ਉਹਨਾਂ ਨੂੰ ਬਲੂਬੈਰੀਜ਼ ਇੱਕ ਮੁੱਠੀ ਰੋਜ਼ ਖਵਾਉਣੀਆਂ ਪੈਣੀਆਂ ਜੇ, ਤਾਂ ਹੀ ਉਹ ਤਾਂ ਖੇਤ ਜਾ ਕੇ ਠੱਲ ਦੇਣਗੇ ਜੀ, ਕਹਿਣਗੇ ਨਾਲੇ ਤੋੜੋ ਨਾਲੇ ਖਾਓ। ਹਾਂਜੀ ਬਿਲਕੁਲ, ਉਹ ਤਾਂ ਨਹੀਂ ਰੋਕਦੇ ਜੀ, ਉਹ ਤਾਂ ਮਸ਼ੀਨ ਤੇ ਵੀ ਚੜਾ ਲੈਂਦੇ ਕਈ ਭਰਾ ਵੀ, ਆ ਜਾਓ ਬਾਈ ਜਿੰਨੀਆਂ ਤੇਰੇ ਤੋਂ ਖਾਧੀ ਦੀਆਂ ਖਾ ਲਾ। ਬਿਲਕੁਲ ਜੀ ਬਿਲਕੁਲ, ਜਿੰਨੇ ਖੁੱਲੇ ਦਿਲ ਵਾਲੇ ਸਾਡੇ ਵੀਰ ਉੱਥੇ ਭੈਣਾਂ ਬੈਠੇ ਨੇ ਸਿਜਦਾ ਕਰਦੇ ਆ, ਵਾਕਈ ਪਲਕਾਂ ਤੇ ਬਿਠਾ ਲੈਂਦੇ ਨੇ ਜਦੋਂ ਜਾਈਏ। ਮੈਨੂੰ ਤੇ ਅਫਸੋਸ ਹੀ ਹੁੰਦਾ ਕਈ ਵਾਰ ਕਿ ਜਦੋਂ ਇੱਥੇ ਆਉਂਦੇ ਨੇ ਦਿਲ ਬੁੱਝ ਜਾਂਦਾ ਉਹਨਾਂ ਦਾ, ਕਿਉਂਕਿ ਇੱਥੇ ਦੇ ਹਾਲਾਤ ਵੀ ਖਰਾਬ ਨੇ ਤੇ ਉਹ ਪਿਆਰ ਨਿੱਘ ਜੋ ਉਹਨਾਂ ਨੂੰ ਇੱਥੇ ਖਿੱਚ ਲਿਆਂਦਾ ਤੇ ਕੀ ਅਸੀਂ ਉਹਨਾਂ ਦਾ ਹਾਲ ਕਰਦੇ ਹਾਂ। ਬਹੁਤ ਜਣੇ ਤਾਂ ਪਤਾ ਨਹੀਂ ਕਿਉਂ ਪਰ ਅਸੀਂ ਮਾੜੀ ਜੋ ਗੱਲ ਕਰਦੇ ਉਹਨਾਂ ਨਾਲ ਗਲਤ ਚੀਜ਼ ਹੈ। ਖੈਰ, ਸੇਬ ਦੇ ਬਾਰੇ ਦੇਖੋ, ਐਨ ਐਪਲ ਅ ਡੇ ਕੀਪਸ ਦੀ ਡਾਕਟਰ ਵੇ ਹਮੇਸ਼ਾ ਤੋਂ ਕਿਹਾ ਜਾਂਦਾ ਸੀ, ਸੋ ਸੇਬ ਆਪਣੇ ਆਪ ਵਿੱਚ ਬਹੁਤ ਵਧੀਆ ਜੇ। ਅਨਾਨਾਸ ਜੇ ਖਾ ਸਕਣ ਤਾਂ ਜਿਨ੍ਹਾਂ ਨੂੰ ਜੋੜਾਂ ਦੀ ਦਰਦ ਹੈ, ਬ੍ਰੋਮੀਲੇਨ ਜੇ ਉਹਦੇ ਵਿੱਚ ਇੱਕ ਜੋ ਤੁਹਾਡੀ ਪੀੜ ਨੂੰ ਵੀ ਆਰਾਮ ਦਿੰਦਾ ਜੇ, ਜੋੜਾਂ ਦੇ ਵਿਚਲੀ ਸੋਜ਼ਿਸ਼ ਵੀ ਘਟਾ ਦਿੰਦਾ ਜੇ, ਪੱਠਿਆਂ ਦੇ ਕੜਾਅ ਨੂੰ ਵੀ ਘਟਾਉਂਦਾ ਜੇ। ਇਸੇ ਤਰ੍ਹਾਂ ਟਮਾਟਰ ਤੇ ਟਮਾਟਰ ਦਾ ਖਾਸ ਖਿਆਲ ਰੱਖਣ, ਜੇ ਰਿੰਨ ਕੇ ਉਹਨੂੰ ਬਿਲਕੁਲ ਮਲੀਦਾ ਬਣਾ ਛੱਡਿਆ ਜੇ ਤਾਂ ਉਹਨੇ ਬਿਲਕੁਲ ਅਸਰ ਨਹੀਂ ਕਰਨਾ। ਸੋ ਟਮਾਟਰ ਕੱਚੇ ਖਾਓ, ਮੀਡੀਅਮ ਸਾਈਜ਼ਡ ਜੇ 2 ਰੋਜ਼ ਦੇ ਖਾ ਲੈਂਦੇ ਹੋ ਬਹੁਤ ਵਧੀਆ ਨੇ ਤੁਹਾਡੇ ਲਈ। ਉਹ ਤੁਹਾਡੇ ਕਾਫੀ ਸਰੀਰ ਅੰਦਰ ਵਧੀਆ ਸੈੱਲਾਂ ਦੀ ਰਿਪੇਅਰ ਕਰ ਦਿੰਦੇ ਨੇ। ਦੇਖੋ, ਜਿਹੜਾ ਸਨਫਲਾਵਰ ਤੇ ਮੂੰਗਫਲੀ ਦਾ ਤੇਲ ਜੇ ਜਿਨ੍ਹਾਂ ਨੂੰ ਜੋੜਾਂ ਦੀਆਂ ਦਰਦਾਂ ਨੇ ਬਿਲਕੁਲ ਨਹੀਂ ਖਾਣਾ ਚਾਹੀਦਾ, ਇਹ ਸੋਜ਼ਿਸ਼ ਵਧਾਉਂਦੇ ਨੇ। ਉਹਨਾਂ ਲਈ ਓਲਿਵ ਆਇਲ ਤੇ ਵਰਜਿਨ ਕੋਕੋਨਟ ਆਇਲ ਬਹੁਤ ਫਾਇਦਾ ਦੇਗਾ। ਭਾਜੀ ਤੁਹਾਡੇ ਪ੍ਰੋਗਰਾਮ ਤੋਂ ਸਿਰਫ ਮੇਰਾ ਖਿਆਲ ਹੈ 5 ਮਿੰਟ ਪਹਿਲਾਂ ਹੀ ਮੈਨੂੰ ਫੋਨ ਹੁਣੇ ਕੈਲੀਫੋਰਨੀਆ ਤੋਂ ਆਇਆ ਸੀ, ਉਹਨਾਂ ਨੇ ਇਹੀ ਪੁੱਛਿਆ ਵਰਜਿਨ ਕੋਪੇ ਦਾ ਤੇਲ ਕਿੰਨਾ ਲਈਏ। ਮੈਂ ਜ਼ਰੂਰ ਉਹਨਾਂ ਨੂੰ ਇਸੇ ਪ੍ਰੋਗਰਾਮ ਰਾਹੀਂ ਉਹਨਾਂ ਨੂੰ ਕਿਹਾ ਵੀ ਸੀ, ਸੁਣਦੇ ਹੋਇਓ ਤੇ ਮੈਂ ਦੱਸਾਂਗੀ। ਜਿਹੜਾ ਓਲਿਵ ਆਇਲ ਹੈ ਜਾਂ ਵਰਜਿਨ ਕੋਕੋਨਟ ਆਇਲ, ਜੇ ਵਰਜਿਨ ਦੀ ਗੱਲ ਕਰ ਰਹੀ ਹਾਂ, ਕੋਕੋਨਟ ਆਇਲ ਪਲੇਨ ਨਹੀਂ ਜੀ, ਇਹ ਤਲਣੇ ਜਾਂ ਭੁੰਨਣ ਲਈ ਬਿਲਕੁਲ ਨਹੀਂ ਵਰਤਣੇ ਚਾਹੀਦੇ। ਇਹਨਾਂ ਨੂੰ ਐਸੇ ਹੀ ਤਰ੍ਹਾਂ ਲੈਣਾ ਚਾਹੀਦਾ ਜੇ, ਭਾਵੇਂ ਸੈਲਡ ਡਰੈਸਿੰਗ ਦੇ ਉੱਤੇ ਪਾ ਲਓ ਜਾਂ ਤੁਸੀਂ ਦਾਲ ਜਾਂ ਸਬਜ਼ੀ ਜੋ ਖਾ ਰਹੇ ਹੋ ਉਹਦੇ ਵਿੱਚ ਤੁਸੀਂ 10 ਬੂੰਦਾਂ ਪਾ ਕੇ ਲੈ ਸਕਦੇ ਹੋ। ਸਾਰੇ ਯਾਨੀ ਕੌਲੀਆਂ ਭਰ ਕੇ ਜਾਂ ਚਮਚੇ ਭਰ ਕੇ ਨਹੀਂ ਲੈਣਾ, 10 ਬੂੰਦਾਂ ਜੇ ਤੁਸੀਂ ਡੇਲੀ ਇਹ ਲੈ ਲੈਂਦੇ ਹੋ ਤੁਹਾਨੂੰ ਇਹ ਫਾਇਦਾ ਦੇਣਗੇ। ਇਹਦੇ ਵਿੱਚ ਬਹੁਤ ਵੱਡਮੁੱਲੇ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਸਰੀਰ ਨੂੰ ਚਾਹੀਦੀਆਂ ਨੇ। ਦਿਮਾਗ ਤੰਦਰੁਸਤ ਰੱਖਦੇ ਨੇ, ਅੱਖਾਂ ਦੀ ਰੋਸ਼ਨੀ ਵੀ ਠੀਕ ਰਹਿੰਦੀ ਹੈ, ਦਿਲ ਵੀ ਸਿਹਤਮੰਦ ਰਹਿੰਦਾ। ਸੋ ਇਹ ਜ਼ਰੂਰ ਲੈ ਲੈਣਾ ਚਾਹੀਦਾ। ਜਿੱਥੋਂ ਤੱਕ ਦਾਲਾਂ ਦਾ ਸਵਾਲ ਹੈ, ਦੇਖੋ 2 ਦਾ ਮੈਂ ਨਾਂ ਲਊਂਗੀ ਜਿਸ ਤੇ ਸਾਰਿਆਂ ਨੇ ਤਰਹਿ ਜਾਣਾ। ਮਾਂਹ ਦੀ ਦਾਲ, ਮੈਨੂੰ ਪਤਾ ਜੇ ਤੁਸੀਂ ਕਹਿਣਾ ਵੀ ਇਹ ਤਾਂ ਜੀ ਬਹੁਤ ਬਰਬਾਦੀ, ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਮਾਂ ਮਾਫ, ਪੁਰਾਣੀ ਕਹਾਵਤ ਹੈ। ਪਰ ਦੇਖੋ ਜੀ, ਦਾਲਾਂ ਦੀ ਮਹਾਰਾਣੀ ਦਾ ਨਾਂ ਇਹਨੂੰ ਦੇ ਦਿੱਤਾ ਗਿਆ, ਇੰਨੀ ਕੁ ਤਾਕਤ ਬਾਰੇ। ਸੋ ਪਲੀਜ਼ ਆਪਾਂ ਦਿਲ ਚੋਂ ਨਾ ਇਹ ਕੱਢ ਦਈਏ। ਜਿਨ੍ਹਾਂ ਨੂੰ ਜੋੜਾਂ ਦੀ ਦਰਦ ਹੈ ਤੇ ਗੁਰਦੇ ਸਹੀ ਸਲਾਮਤ ਰਹਿ ਚੁੱਕੇ ਨੇ, ਉਹ ਖਾ ਲਿਆ ਕਰਨ ਰਾਜਮਾ ਤੇ ਮਾਂਹ ਦੀ ਦਾਲ, ਸੋਇਆਬੀਨ। ਇਹਨਾਂ ਵਿਚਲੇ ਫਲੇਵੋਨੋਇਡਸ ਨੇ ਜੋ ਜੋੜਾਂ ਦੀ ਸੋਜ਼ਿਸ਼ ਘਟਾਉਂਦੇ ਨੇ। ਪਰ ਜੇ ਗੁਰਦੇ ਵੀ ਖਰਾਬ ਕਰ ਲਏ ਨੇ ਤਾਂ ਫਿਰ ਕਿਰਪਾ ਕਰਕੇ ਡਾਕਟਰੀ ਸਲਾਹ ਤੋਂ ਬਗੈਰ ਨਾ ਕਰਿਓ। ਤੁਸੀਂ ਭਾਜੀ ਦੇਖੋ ਕਿ ਲਸਣ, ਅਦਰਕ ਤੇ ਗੰਢਾ ਵੀ ਬਹੁਤ ਸੋਜ਼ਿਸ਼ ਘਟਾਉਣ ਲਈ ਲਾਹੇਵੰਦ ਨੇ ਜੀ।
ਜਿਨ੍ਹਾਂ ਵਿੱਚ ਲਸਣ ਨੂੰ ਅਸੀਂ ਆਮ ਤੌਰ ਤੇ ਭੈਣ ਜੀ ਲਸਣ ਤੇ ਗੱਲ ਅੱਗੇ ਲੈਣ ਤੋਂ ਪਹਿਲਾਂ ਕਾਲ ਲੈ ਲਈਏ। ਮੈਂ ਮਾਫੀ ਚਾਹੂੰਗਾ, ਕਈ ਵੀਰ ਮੇਰੇ ਨਾਲ ਲੜ ਵੀ ਪੈਂਦੇ ਆ ਵੀ ਤੁਸੀਂ ਵਿੱਚ ਕਾਲ ਕਿਉਂ ਲੈਂਦੇ, ਪਰ ਅਸੀਂ ਕਾਲ ਲੈਣੀ ਵੀ ਸਾਡੇ ਲਈ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ ਜੀ, 92-164 ਤੇ ਆਉਂਦੇ ਰਹੋ। ਸਤਿ ਸ਼੍ਰੀ ਅਕਾਲ, ਧੰਨਵਾਦ। ਸਤਿ ਸ਼੍ਰੀ ਅਕਾਲ ਡਾਕਟਰ ਭੈਣ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਕਲੇਰ ਸਾਹਿਬ, ਸਤਿ ਸ਼੍ਰੀ ਅਕਾਲ। ਬੇਨਤੀ ਹੈ ਜੀ, ਆਪਣਾ ਜਿਹੜਾ ਐਂਟੀ ਆਕਸੀਡੈਂਟ ਵਾਸਤੇ ਜਿਵੇਂ ਕੁਆਰ ਆ, ਆਪਣੀ ਕੁਆਰ ਘਰੇ ਬੀਜ ਕੇ ਖਾਈਏ ਤੇ ਹੋਰ ਵੀ ਭੈਣ ਨੂੰ ਚਾਹੀਦਾ ਵੀ ਜਿਹੜੇ ਐਂਟੀ ਆਕਸੀਡੈਂਟ ਵੀ ਖਾਈਏ। ਜਿਹੜਾ ਸਾਥੋਂ ਸਪਰੇਆਂ ਵਾਲੀਆਂ ਖਾਧੀਆਂ ਜਾਂਦੀਆਂ ਆਪਣਾ ਸਬਜ਼ੀ ਫਲ, ਤੇ ਉਹਨਾਂ ਵਾਸਤੇ ਐਂਟੀ ਆਕਸੀਡੈਂਟ ਦੱਸੋ ਕੁਆਰ ਤੇ ਇੱਕ ਹੋਰ ਕੀ ਚੀਜ਼ ਆ, ਇਹਨਾਂ ਦਾ ਜ਼ਿਆਦਾ ਤਜਰਬਾ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਦੇਖੋ, ਮੈਂ ਤੇ ਕਦੇ ਵੀ ਗੋਲੀਆਂ ਦੀ ਸਲਾਹ ਨਹੀਂ ਦਿੰਦੀ। ਐਂਟੀਆਕਸੀਡੈਂਟਸ ਗੋਲੀਆਂ ਤਾਂ ਖਾਣੀਆਂ ਨਹੀਂ ਚਾਹੀਦੀਆਂ। ਜਦੋਂ ਸਾਡੇ ਕੋਲ ਕੁਦਰਤ ਨੇ ਖੁਰਾਕ ਇੰਨੀ ਕਮਾਲ ਦੀ ਦਿੱਤੀ ਹੋਈ ਹੈ ਤਾਂ ਕੇਲ ਪੱਤੇ ਹੀ ਜਿਵੇਂ ਲੈ ਲਈਏ ਆਪਾਂ ਗਮਲੇ ਵਿੱਚ ਹੀ ਆਪਣੇ ਘਰ ਵਿੱਚ, ਘਰ ਜੇ ਨਹੀਂ ਹੈ ਬਗੀਚਾ ਤਾਂ ਵੀ ਸਾਡੇ ਘਰ ਵੀ ਆ ਕੇ ਦੇਖੋ, ਅਸੀਂ ਬੀਜੇ ਹੋਏ ਨੇ 2 ਗਮਲਿਆਂ 'ਚ, ਤਾਂ ਤੁਸੀਂ ਉਹਨੂੰ ਆਪ ਬੀਜ ਕੇ ਵਰਤ ਸਕਦੇ ਹੋ ਜਿਸ ਤੇ ਸਪਰੇ ਨਾ ਪਾਓ। ਇਸੇ ਤਰ੍ਹਾਂ ਪਾਲਕ ਤੁਹਾਨੂੰ ਥੋੜੀ ਜਿਹੀ ਥਾਂ ਚਾਹੀਦੀ ਹੈ, ਤੁਸੀਂ ਉਹਦੇ 'ਚ ਬੀਜ ਕੇ ਲੈ ਸਕਦੇ ਹੋ। ਇਸੇ ਤਰ੍ਹਾਂ ਅਸੀਂ ਜਿਵੇਂ ਮੈਂ ਹੁਣ ਜ਼ਿਕਰ ਕਰ ਰਹੀ ਸਾਂ, ਲਸਣ, ਅਦਰਕ, ਗੰਢਾ, ਇਹਨਾਂ ਵਿੱਚ ਵੀ ਐਂਟੀਆਕਸੀਡੈਂਟ ਨੇ ਜੋ ਸਾਨੂੰ ਸ਼ਾਇਦ ਪਤਾ ਹੀ ਨਹੀਂ। ਪਰ ਬੈਸਟ ਤਰੀਕਾ ਅਸੀਂ ਕਰਦੇ ਕੀ ਆ, ਰਿੰਨ ਕੇ ਜੋ ਅਸੀਂ ਖਤਮ ਕਰ ਦਿੰਦੇ ਹਾਂ, ਬਿਲਕੁਲ ਉਹਦੇ 'ਚ ਇਹਦੇ ਸਾਰੇ ਬੇਅਸਰ ਅਸੀਂ ਆਪਣੇ ਲਈ ਕਰ ਜਾਂਦੇ ਹਾਂ। ਸੋ ਜਾਂ ਤਾਂ ਤੁਸੀਂ ਸਿੰਪਲ ਤਰੀਕਾ ਜੇ ਕਿ ਦਾਲ ਵਿੱਚ ਪਾਈ ਜੇ, ਇਹਨੂੰ ਭੁੰਨਣਾ ਛੱਡ ਕੇ ਉਸੇ ਵਿੱਚ ਹੀ ਸਾਬਤ ਤੁਸੀਂ ਪਿਆਜ਼, ਅਦਰਕ, ਲਸਣ ਇੰਜੀ ਪਾ ਕੇ ਸਟੀਮ ਦੇ ਦਿਓ ਤੇ ਉਹਦੇ ਵਿੱਚ ਤੁਸੀਂ ਸਾਰੀ ਦੀ ਸਾਰੀ ਸਬਜ਼ੀ ਵਿੱਚ ਅੱਧਾ ਕੁ ਚਮਚ ਦੇਸੀ ਘਿਓ ਪਾ ਕੇ ਤੁਸੀਂ ਇਹ ਬਣਾ ਲਓ, ਜਾਂ ਮਾੜਾ ਜਿਹਾ 2 ਕੜਛੀਆਂ ਦੁੱਧ ਪਾ ਕੇ ਉਹਦੇ ਵਿੱਚ ਬਣਾ ਲਓ। ਤੁਹਾਨੂੰ ਬਹੁਤ ਆਨੰਦ ਆਏਗਾ ਇਹ ਚੀਜ਼ ਖਾ ਕੇ। ਪਰ ਉਹ ਜਿਹੜੀ ਅਸੀਂ ਜੀਭ ਦੇ ਅਗਲੇ ਸਵਾਦ ਸਿਰੇ ਦੇ ਲਈ ਮਾੜਾ ਜਿਹਾ ਲਈ ਇੰਨਾ ਘਿਓ ਤੇ ਉਹ ਰਿੰਨ ਦਿੰਦੇ, ਉਹ ਖਰਾਬ ਕਰਦੀਆਂ ਨੇ। ਸੋ ਇਹਦੇ ਵਿੱਚ ਛਾਣ ਬੂਰੇ ਵਾਲਾ ਜਿਹੜਾ ਹੈ ਆਟਾ, ਖਾਸ ਕਰ ਰਾਈ, ਬਾਜਰਾ, ਰਾਗੀ ਦਾ ਆਟਾ ਤੇ ਕੋਦਰੇ ਦਾ ਆਟਾ ਬਹੁਤ ਫਾਇਦੇਮੰਦ ਨੇ ਜੋੜਾਂ ਲਈ। ਨੈਚੁਰਲ ਕਾਰਟਿਲੇਜ ਬਣਾਉਣ ਲਈ ਸਿਰਫ ਇਹੀ ਨੇ ਸਾਡੇ ਕੋਲ। ਸੋ ਮੈਂ ਤਾਂ ਬਾਰ-ਬਾਰ ਇਹੀ ਬੇਨਤੀ ਕਰ ਰਹੀ ਹਾਂ ਕਿ ਦੇਖੋ, ਜੇ ਅੰਤਰਰਾਸ਼ਟਰੀ ਪੱਧਰ ਤੇ ਉਹ ਕਹਿ ਚੁੱਕੇ ਨੇ ਕਿ ਤੁਸੀਂ ਡਾਈਟ ਦੇ ਨਾਲ ਸਾਰਾ ਕੁਝ ਠੀਕ ਕਰ ਸਕਦੇ ਹੋ, ਦਵਾਈਆਂ ਦੀ ਲੋੜ ਨਹੀਂ, ਤਾਂ ਆਪਾਂ ਰੱਬ ਦਾ ਵਾਸਤਾ ਜੇ ਕਿ ਜ਼ਿੰਦਗੀ 20 ਸਾਲ ਛੋਟੀ ਕਰਨ ਨਾਲੋਂ ਹਫ਼ਤੇ ਦੇ 5 ਦਿਨ ਦੱਬ ਕੇ ਕੰਮ ਕਰ ਲਓ, ਪਰ 2 ਦਿਨ ਸਰੀਰ ਨੂੰ ਰਿਪੇਅਰ ਲਈ ਸਮਾਂ ਦੇ ਦਿਓ। ਉਹ 2 ਦਿਨ ਫਾਲਤੂ ਅਸੀਂ ਏਸ਼ੀਅਨ ਜਿਹੜਾ ਆਪਣਾ ਸਰੀਰ ਦਾ ਨਾਸ ਮਾਰਦੇ ਆ ਨਾ, ਉਹ ਸਾਨੂੰ ਖਰਾਬ ਕਰ ਦਿੰਦਾ ਕਿ ਅਸੀਂ ਉਹ 2 ਦਿਨ ਦੇ ਲਾਲਚ ਨੂੰ 20 ਸਾਲ ਛੋਟੇ ਕਰ ਜਾਂਦੇ ਹਾਂ। ਪਰ ਇੱਕ ਦੇਖੋ ਇੰਪੋਰਟੈਂਟ ਚੀਜ਼ ਦੱਸਦੇ ਆ ਕਿ ਖੁਰਾਕ ਵਿੱਚ ਜੇ ਸਿਰਫ ਇੱਕ ਲੂਣ ਤੁਸੀਂ ਦਿਨ ਵਿੱਚ 5 ਗ੍ਰਾਮ ਤੋਂ ਵੱਧ ਖਾ ਜਾਂਦੇ ਹੋ 24 ਘੰਟਿਆਂ 'ਚ, ਤਾਂ ਤੁਹਾਡੇ ਸਰੀਰ ਅੰਦਰਲਾ ਹੱਡੀਆਂ 'ਚੋਂ ਕੈਲਸ਼ੀਅਮ ਖੁਰਨਾ ਸ਼ੁਰੂ ਹੋ ਜਾਂਦਾ ਜੇ। ਇੰਨੀ ਇੰਪੋਰਟੈਂਟ ਚੀਜ਼ ਹੈ ਜੋ ਕਿ ਅਸੀਂ ਪ੍ਰੋਸੈਸਡ ਫੂਡ ਅਸੀਂ ਜਦੋਂ ਲੈਂਦੇ ਹਾਂ, ਸਾਨੂੰ ਖਿਆਲ ਵੀ ਨਹੀਂ ਹੁੰਦਾ ਕਿ ਚਿਪਸ ਦਾ ਇੱਕ ਪੈਕੇਟ ਅਸੀਂ 3 ਦਿਨਾਂ ਦਾ ਲੂਣ ਪੂਰਾ ਕਰ ਗਏ ਉਹਦੇ 'ਚ ਹੀ, ਤੇ ਅਸੀਂ ਕਿਉਂ ਫਿਰ ਬਾਅਦ ਵਿੱਚ ਚੀਕਦੇ ਹਾਂ ਸਾਡੀਆਂ ਹੱਡੀਆਂ ਖੁਰ ਗਈਆਂ, ਤੇ ਅਸੀਂ ਕਿਉਂ ਇਹ ਭਾਲਦੇ ਹਾਂ ਵੀ ਸਾਨੂੰ ਪਾਲਕ ਠੀਕ ਕਰ ਦਊਗੀ ਜੇ ਅਸੀਂ ਆਪ ਹੀ ਐਕਸੈਸ ਇਹ ਚੀਜ਼ ਲਈ ਜਾ ਰਹੇ ਹਾਂ। ਸੋ ਰੱਬ ਦਾ ਵਾਸਤਾ ਜੇ ਵਾਧੂ ਮਿੱਠਾ ਨਾ ਲਈਏ, ਵਾਧੂ ਲੂਣ ਨਾ ਲਈਏ, ਵਾਧੂ ਘਿਓ ਨਾ ਲਈਏ, ਕਸਰਤ ਕਰੀਏ, ਸ਼ਰਾਬ ਤੇ ਠੰਡੇ ਬੰਦ ਕਰੀਏ, ਤਾਂ ਅਸੀਂ ਜ਼ਰੂਰ ਤੰਦਰੁਸਤ ਹੋ ਸਕਦੇ ਹਾਂ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ, ਸ਼ਰਾਬ ਤੇ ਠੰਡਿਆਂ ਦੀ ਗੱਲ। ਪਰ ਸ਼ਰਾਬ ਵਾਈਡਲੀ ਜੇ ਆਪਾਂ ਗੱਲ ਕਰੀਏ, ਬਹੁਤ ਵੱਡੀ ਇੰਡਸਟਰੀ ਹੈ ਸ਼ਰਾਬ ਤੇ ਠੰਡੇ ਦੋਵੇਂ ਚੀਜ਼ਾਂ। ਕੋਕ ਦੇਖੋ, ਥਮਸ ਅਪ ਤੇ ਦੂਜਾ ਪੈਪਸੀ ਦੇਖੋ, ਲੱਖਾਂ ਕਰੋੜਾਂ ਡਾਲਰ ਜੇਕਰ ਆਪਾਂ ਗੱਲ ਕਰੀਏ ਉਹ ਸਪੈਂਡ ਕਰਦੇ ਐਡਵਰਟੀਜ਼ਮੈਂਟ ਦੇ ਉੱਤੇ। ਇਸੇ ਤਰ੍ਹਾਂ ਸ਼ਰਾਬ ਇੱਕ ਬਹੁਤ ਵੱਡੀ ਇੰਡਸਟਰੀ ਹੈ ਭਾਜੀ। ਪਰ ਜੇ ਧਿਆਨ ਕਰੀਏ ਤਾਂ ਨਸ਼ੇ ਦਾ ਵਪਾਰ ਖਰਬਾਂ 'ਚ ਹੈ, ਟ੍ਰਿਲੀਅਨਸ 'ਚ ਹੈ, ਤਾਂ ਫਿਰ ਉਹ ਵੀ ਕੋਈ ਇਹ ਨਹੀਂ ਕਿ ਉਹ ਟ੍ਰਿਲੀਅਨਸ 'ਚ ਜਾ ਰਿਹਾ ਤੇ ਅਸੀਂ ਨਸ਼ਾ ਜ਼ਰੂਰ ਕਰਨਾ। ਮਤਲਬ ਤਾਂ ਇਹੋ ਹੈ ਕਿ ਜਿਹੜੇ ਮਾੜੀ ਚੀਜ਼ ਹੈ ਅਸੀਂ ਉਹਦੇ ਵੱਲ ਜ਼ਿਆਦਾ ਛੇਤੀ ਖਿੱਚੇ ਜਾਂਦੇ ਹਾਂ, ਪਰ ਉਹ ਨੁਕਸਾਨ ਜਦੋਂ ਸਾਡਾ ਹੁੰਦਾ, ਫਾਇਦਾ ਤੇ ਡਾਕਟਰਾਂ ਦਾ ਹੀ ਹੁੰਦਾ ਹੈ। ਪਰ ਮੇਰਾ ਮਕਸਦ ਇਹ ਸੀ ਕਿ ਜੇ ਅਸੀਂ ਆਪਣੇ ਆਪ ਨੂੰ ਰੋਗ ਰਹਿਤ ਰੱਖ ਸਕੀਏ ਤਾਂ ਚੰਗੀ ਗੱਲ ਹੈ। ਵਰਨਾ ਡਾਕਟਰ ਤਾਂ ਬੈਠੇ ਨੇ ਇਲਾਜ ਕਰਨ ਲਈ, ਫਿਰ ਉਹ ਤਾਂ ਤੁਸੀਂ ਜਦ ਤੱਕ ਜ਼ਿੰਦਾ ਉਸ ਗੇੜੇ ਚੋਂ ਨਿਕਲ ਹੀ ਨਹੀਂ ਸਕਦੇ। ਇਸੇ ਲਈ ਕੋਸ਼ਿਸ਼ ਕਰੀਏ ਕਿ ਆਪਾਂ ਜੇ ਸਿਹਤਮੰਦ ਰਹਿਣਾ ਤਾਂ ਖੁਰਾਕ ਸਹੀ ਕਰੀਏ ਤੇ ਕਸਰਤ ਰੋਜ਼ਾਨਾ ਕਰੀਏ, ਪਰ ਚੜ੍ਹਦੀ ਕਲਾ ਕਦੇ ਵੀ ਨਹੀਂ ਛੱਡਣੀ। ਤਾਂ ਇਹ ਸਾਡਾ ਜੋ ਗੁਰ ਹੈ ਸਿਹਤਮੰਦ ਰਹਿਣ ਦਾ, ਉਹੀ ਮੇਰਾ ਖਿਆਲ ਹੈ ਭਾਜੀ, ਤੁਸੀਂ ਵੀ ਇਸ ਨਾਲ ਸਹਿਮਤ ਹੋ ਕਿ ਆਪਣੇ ਪ੍ਰੋਗਰਾਮ ਦਾ ਮਕਸਦ ਇਹੋ ਹੁੰਦਾ ਕਿ ਅਸੀਂ ਜੇ 2% ਲੋਕਾਂ ਵਿੱਚ ਵੀ ਉਹਨਾਂ ਨੂੰ ਸਿਹਤਯਾਬ ਕਰ ਸਕੀਏ, ਤੰਦਰੁਸਤ ਕਰ ਸਕੀਏ, ਖੇੜਾ ਵੰਡ ਸਕੀਏ, ਇਸ ਤੋਂ ਵੱਧ ਸਾਡਾ ਕੋਈ ਮਕਸਦ ਨਹੀਂ ਹੁੰਦਾ।
ਜੀ ਬਿਲਕੁਲ ਬਿਲਕੁਲ ਭੈਣ ਜੀ। ਬਾਕੀ ਭੈਣ ਜੀ ਇੱਕ ਬੜਾ ਵਿਸ਼ਾ ਹੋਰ ਵੀ ਸੰਜੀਦਾ ਹੈ, ਉਹ ਆਪਾਂ ਅਗਲੇ ਹਫਤੇ ਕਰਾਂਗੇ। ਮੈਂ ਆਪਣੇ ਸਰੋਤਿਆਂ ਨੂੰ ਪਹਿਲਾਂ ਹੀ ਆਪਾਂ ਦੱਸ ਦਈਏ, ਤੁਸੀਂ ਕਈ ਵੀਰ ਹੁਣ ਕਿਉਂਕਿ ਬੱਚੀਆਂ ਨਾਲ ਜੁੜਿਆ ਹੋਇਆ ਮਸਲਾ ਆ ਰਿਹਾ ਹੈ, ਪਹਿਲਾਂ ਬਾਹਰੋਂ ਲੋਕ ਵੀਰ ਆਉਂਦੇ ਸੀ, NRIs ਆਉਂਦੇ ਸੀ, ਉਹ ਹੌਲੀਡੇ ਮੈਰਿਜ ਕਰਾਉਂਦੇ ਸੀ, ਵੀ ਛੁੱਟੀਆਂ ਮਨਾਉਣ ਆਏ, ਇੱਥੇ ਵਿਆਹ ਕਰਾ ਕੇ ਕੁੜੀ ਨੂੰ ਇੱਧਰ ਛੱਡ ਕੇ ਚਲੇ ਗਏ। ਹੁਣ ਮਸਲਾ ਆ ਗਿਆ ਵੀ ਕੁੜੀਆਂ ਬਾਹਰ ਜਾ ਰਹੀਆਂ ਨੇ, ਕੰਟਰੈਕਟ ਮੈਰਿਜ ਹੁੰਦੀ ਹੈ, ਪੈਸਾ ਲਾਉਂਦੇ ਨੇ, ਕੁੜੀਆਂ ਬਾਹਰ ਚਲੇ ਗਈਆਂ, ਉਹ ਉੱਥੇ ਇੱਧਰਲਿਆਂ ਨੂੰ ਨਹੀਂ ਬਣਾਉਂਦੇ, ਰੌਲਾ ਪੈ ਰਿਹਾ। ਇਹਦੇ ਵਿੱਚ 2-3 ਗੱਲਾਂ ਹੋਰ ਸਾਹਮਣੇ ਆਉਂਦੀਆਂ। ਆਪਾਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਚੱਲੀਏ। ਜਿਹੜਾ ਵੀ ਭਰਾ ਵੀਰ ਬਾਹਰ ਗਿਆ ਹੁੰਦਾ, ਉਹਦੇ ਮਗਰ ਜਿਹੜੇ ਛੋਟੇ ਭਰਾ ਨੇ, ਰਿਸ਼ਤੇਦਾਰ ਨੇ, ਉਹ ਹਮੇਸ਼ਾ ਇੱਕ ਬਹੁਤ ਵੱਡੀ ਡਿਮਾਂਡ ਕਰਦੇ, ਯਾਰ ਤੂੰ ਉੱਥੋਂ ਫੋਨ ਭੇਜ ਦੇ, ਤੂੰ ਸਾਡੇ ਲਈ ਸੈਂਟ ਭੇਜ ਦੇ। ਜਦੋਂ ਆਉਂਦੇ ਨੇ ਤਾਂ ਇੱਕ ਟੈਚੀ ਕਹਿੰਦੇ ਹੁੰਦੇ ਨੇ ਵੀ ਉਹ ਖੁਸ਼ੀ ਜਿਹੜੀ ਆ ਉਹਨਾਂ ਨੂੰ ਉੱਥੋਂ ਲਿਆਉਣ ਦੀ, ਘਰੇ ਆਉਣ ਦੀ ਨਹੀਂ ਹੁੰਦੀ। ਇਹ ਕੌੜਾ ਸੱਚ ਹੈ। ਉਹਨਾਂ ਨੂੰ ਇਸ ਗੱਲ ਦੀ ਤਾਂਘ ਹੁੰਦੀ ਹੈ ਕਿ ਜਦੋਂ ਟੈਚੀ ਖੁੱਲੂਗਾ ਤਾਂ ਸਾਡੇ ਲਈ ਵਿੱਚੋਂ ਕੀ ਨਿਕਲੂਗਾ। ਬਿਲਕੁਲ ਭਾਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਕਈ ਵਾਰ ਗਈ, ਮੈਂ ਇਹੋ ਜਿਹੇ ਮੇਰੇ ਨਾਲ ਵੀ ਵਾਪਰਿਆ। ਮੈਂ ਵੀ ਲੈ ਕੇ ਆਈ ਹੋਈ ਹਾਂ ਕਿਸੇ ਦਾ ਟੈਚੀ ਜੋ ਉਹਨਾਂ ਨੇ ਭਿਜਵਾਇਆ ਸੀ ਰਿਸ਼ਤੇਦਾਰੀ ਲਈ, ਤੇ ਮੈਂ ਖਿਮਾ ਕਰਿਓ ਮਾੜਾ ਲੱਗਦਾ ਇਹੋ ਜਿਹੀ ਗੱਲ ਵੀ ਕਰਦੇ ਆ, ਪਰ ਮੈਂ ਹੈਰਾਨ ਸਾਂ ਕਿ ਉਹ ਮੈਨੂੰ 에ਅਰਪੋਰਟ ਤੋਂ ਜਦੋਂ ਸਿਰਫ ਟੈਚੀ ਹੀ ਲੈਣ ਆਏ ਸਾਂ, ਮੈਂ ਤੇ ਵੱਖ ਆਪਣੇ ਹਸਬੈਂਡ ਨਾਲ ਹੀ ਵਾਪਸ ਆਈ ਸਾਂ, ਪਰ ਉਹ ਉੱਥੋਂ ਹੀ ਲੈਣ ਆਏ ਜਦੋਂ, ਤੇ ਮੈਂ ਹੈਰਾਨ ਸਾਂ। ਉੱਥੇ 에ਅਰਪੋਰਟ ਤੇ ਟੈਚੀ ਖੋਲ ਕੇ ਫਟਾਫਟ ਉਹਨਾਂ ਨੇ ਸ਼ੁਰੂ ਕੀਤਾ ਵੰਡਣਾ, ਇਹ ਤੇਰਾ, ਇਹ ਮੇਰਾ। ਉਹ ਵੀ ਹਾਂ ਬਿਲਕੁਲ। ਮੈਂ ਉਹਨੂੰ ਅੱਗੇ ਲੈ ਕੇ ਚੱਲਦਾ ਕਿ ਜਿਹੜਾ ਹੁਣ ਅਸਲ ਕਲੇਸ਼ ਪੈ ਰਿਹਾ, ਕਿਉਂਕਿ ਵਿੱਚੋਂ ਮੈਨੂੰ ਕਈ ਗੱਲਾਂ ਪਤਾ ਲੱਗੀਆਂ ਨੇ ਕਿ ਦੇਖੋ ਸਟੂਡੈਂਟ ਜਾਂਦੇ ਆ, ਬੱਚਿਆਂ ਨੂੰ, ਉਹਨਾਂ ਨੂੰ ਬੜਾ ਲਿਮਟਿਡ ਟਾਈਮ ਹੁੰਦਾ ਉੱਥੇ ਕਮਾਈ ਕਰਨ ਦਾ। ਜਿਹੜੇ ਮਗਰ ਘਰ ਦੇ ਹੁੰਦੇ ਨੇ, ਇੱਕ ਤਾਂ ਉਹਨਾਂ ਨੇ ਪੈਸਾ ਲਾਇਆ ਹੁੰਦਾ, ਮੁੰਡਿਆਂ ਨੂੰ ਵੀ ਪੈਸਾ ਲਾਇਆ, ਉਹ ਛੇਤੀ ਉਹ ਕਰਜ਼ਾ ਲਾਉਣ ਦੀ ਲਾਲਸਾ ਦੇ ਵਿੱਚ ਉਹ ਬੱਚੇ ਦੇ ਗਲ ਗੂਠਾ ਦਿੰਦੇ ਆ। ਨੰਬਰ 1, ਹੁਣ ਬੱਚਾ ਉਹ ਕੀ ਕਰਦਾ, ਆਪਾਂ ਵੀ ਖਿੱਚ ਜਾਂਦੇ ਹਾਂ। ਨੰਬਰ 2, ਜਿਹੜਾ ਉਹਦਾ ਪਿੱਛੇ ਹਸਬੈਂਡ ਰਹਿ ਜਾਂਦਾ, ਉਹ ਲੜਕੀ ਤੋਂ ਕਈ ਵਾਰੀ ਬਹੁਤ ਜ਼ਿਆਦਾ ਡਿਮਾਂਡਸ ਕਰਨ ਲੱਗ ਪੈਂਦਾ ਵੀ ਤੂੰ ਮੈਨੂੰ ਆਹ ਚੀਜ਼ ਭੇਜ ਦੇ, ਹੁਣ ਤੂੰ ਮੈਨੂੰ ਆਹ ਚੀਜ਼ ਭੇਜ ਦੇ, ਹੁਣ ਤੂੰ ਮੈਨੂੰ ਪੈਸੇ ਭੇਜ ਦੇ, ਤੂੰ ਮੈਨੂੰ ਐਂ ਕਰ ਦੇ। ਘਰਦਿਆਂ ਤੋਂ ਪਾਸੇ ਵੀ ਉਹਦੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਇੱਥੋਂ ਦੇ ਲੋਕਾਂ ਨੂੰ ਪਤਾ ਨਹੀਂ ਉੱਥੇ ਕੀ ਲੱਗਦਾ ਕਿ ਜਿਹੜੇ ਡਾਲਰ ਨੇ ਨਾ, ਉਹ ਸ਼ਾਇਦ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕੀ ਆਖੀਏ ਕਿ ਉਹ ਡਾਲਰਾਂ ਨੂੰ ਵੀ ਪਾਣੀ ਦੇ ਵਿੱਚ ਵੀ ਚੁੱਭੀ ਮਾਰੀਏ ਨਾ ਅਸੀਂ ਸਵਿਮਿੰਗ ਪੂਲ ਦੇ ਵਿੱਚ, ਸ਼ਾਇਦ ਓਨਾ ਪਾਣੀ ਨਾਲ ਨਾ ਆਵੇ। ਅਤੇ ਉਹ ਚੀਜ਼ ਸੋਚਦੇ ਨੇ ਕਿ ਬੰਦਾ ਉੱਥੇ ਵੜਿਆ ਅਤੇ ਉਹਨੇ ਆਪਣਾ ਹੱਥ ਘੁਮਾਇਆ ਅਤੇ ਡਾਲਰਾਂ ਨਾਲ ਜਿਹੜਾ ਉਹਦਾ ਇੰਨਾ ਕੁਛ ਭਰ ਗਿਆ ਕਿ ਉਹ ਸਾਨੂੰ ਇੰਡੀਆ ਭੇਜ ਦੇ। ਉਹ ਕਲੇਸ਼ ਦਾ ਇੱਕ ਬਹੁਤ ਵੱਡਾ ਕਾਰਨ ਹੈਗਾ, ਕਿਉਂਕਿ ਉਮੀਦਾਂ ਜਿਹੜੀਆਂ ਨੇ ਨਾ, ਉਮੀਦ ਜਿਹੜੀ ਆ ਉਹ ਉਹਨਾਂ ਦੀ ਇੱਕ ਸੋਚ ਜਿਹੜੀ ਹੁੰਦੀ ਹੈ ਕਿ ਸ਼ਾਇਦ ਕੁੜੀ ਬਾਹਰ ਜਾਵੜੀ ਅਤੇ ਸਾਡਾ ਕਰਜ਼ਾ ਵੀ 15 ਦਿਨਾਂ ਹੀ ਲਾ ਦੂਗੀ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਭਾਜੀ, ਕਿਉਂਕਿ ਇਹ ਇੱਕ ਵੱਡਾ ਮੁੱਦਾ ਉੱਭਰ ਕੇ ਸਾਹਮਣੇ ਆ ਰਿਹਾ, ਜਿਹਦੇ ਵਿੱਚ ਮੈਂ ਤਾਂ ਆਪਣੀ ਹੀ ਟਰਸਟ ਦੀਆਂ 2 ਬੇਟੀਆਂ ਦੀ, ਜਿਨ੍ਹਾਂ ਦੇ ਮਾਤਾ ਪਿਤਾ ਅਗਲੇ ਹਫਤੇ ਭੈਣ ਜੀ, ਮੈਂ ਇਸੇ ਕਰਕੇ ਕਹਿੰਦਾ ਕਿ ਸਮਾਂ ਉੱਪਰੋਂ ਦੀ ਹੋ ਗਿਆ, ਅਗਲੇ ਹਫਤੇ ਆਪਾਂ ਇਸ ਦੇ ਉੱਤੇ ਇਸੇ ਚਰਚਾ ਕਰਾਂਗੇ ਤੇ ਕਾਲਸ ਜਿਹੜੀਆਂ ਨੇ ਉਹ ਖੁੱਲ੍ਹ ਕੇ ਲਵਾਂਗੇ ਇਸ ਚੀਜ਼ ਦੇ ਉੱਤੇ। ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਸੋ ਇਹ ਸੀ ਪ੍ਰੋਗਰਾਮ ਸ਼ਮਾਦਾਨ, ਤੇ ਤੁਹਾਨੂੰ ਸਾਡੀ ਇਹ ਅੱਜ ਦੀ ਗੱਲਬਾਤ ਕਿਸ ਤਰ੍ਹਾਂ ਲੱਗੀ ਸੋ ਸਾਨੂੰ ਜ਼ਰੂਰ ਦੱਸਣਾ। ਜਿਹੜੇ ਵੀਰ ਸਾਨੂੰ ਫੇਸਬੁੱਕ ਪੇਜ ਅਤੇ YouTube ਚੈਨਲ 'ਤੇ ਸੁਣ ਰਹੇ ਨੇ ਉਹ ਕਮੈਂਟ ਵੀ ਜ਼ਰੂਰ ਕਰਨ।